ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ। ਸੰਗਤ ਜੀ, 6 ਤਰੀਕ ਨੂੰ ਬਾਲਾ ਪ੍ਰੀਤਮ 8ਵੇਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਹੈ ਔਰ 9ਵੇਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਹੈ। ਤਾਂ ਅੱਜ ਅਸੀਂ ਬਾਲਾ ਪ੍ਰੀਤਮ 8ਵੇਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਤਿਗੁਰਾਂ ਦੇ ਦਰਸ਼ਨ ਕਰਾਂਗੇ। ਸਤਿਗੁਰਾਂ ਦੇ ਬਾਰੇ ਜਾਣਨਾ, ਸਤਿਗੁਰਾਂ ਦੀ ਮਹਿਮਾ ਕਰਨੀ, ਸਤਿਗੁਰਾਂ ਦੇ ਗੁਣ ਗਾਣੇ ਕੋਈ ਗਾ ਨਹੀਂ ਸਕਦਾ, ਲੇਕਿਨ ਸਾਡੇ ਸਤਿਗੁਰੂ ਜੀ ਨੇ। ਸੰਗਤ ਜੀ, ਤੋ ਇਹ ਦਿਵਸ ਵੀ ਆ ਰਿਹਾ ਹੈ, ਤੋ ਅਸੀਂ ਸਤਿਗੁਰਾਂ ਦੇ ਜੀਵਨ ਦੇ ਵਿੱਚੋਂ ਦਰਸ਼ਨ ਕਰਾਂਗੇ ਥੋੜੇ ਥੋੜੇ, ਔਰ ਸਾਨੂੰ ਇੰਨੀ ਇੱਕ ਪਾਵਰ ਮਿਲੇਗੀ ਕਿ ਇੰਨੀ ਛੋਟੀ ਉਮਰ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ 5.25 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਮਿਲੀ ਗੁਰੂ ਮਹਾਰਾਜ ਜੀ ਨੂੰ। 2.5 ਸਾਲ ਗੁਰੂ ਜੋਤ ਸਤਿਗੁਰਾਂ ਦੇ ਚੋਲੇ ਵਿੱਚ ਸਰੀਰ ਵਿੱਚ ਰਹੀ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿੱਚ ਮਹਾਰਾਜ ਨੇ ਆਪਣੀ ਜੋਤ ਜਿਹੜੀ ਟਿਕਾ ਦਿੱਤੀ। ਸੋ 2.5 ਸਾਲਾਂ ਦਾ ਜੀਵਨ ਗੁਰੂ ਜੋਤ ਵਿੱਚ, ਉਹ ਵੀ ਬਾਲ ਸਰੀਰ ਦੇ ਵਿੱਚ, ਔਰ ਇੰਨੀਆਂ ਰਹਿਮਤਾਂ ਸੰਸਾਰ ਦੇ ਉੱਤੇ, ਕਿਉਂਕਿ ਜੋਤ ਉਹੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ। ਔਰ ਜਦੋਂ ਅਰਦਾਸ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਤਾਂ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਜੀ ਸਤਿਗੁਰਾਂ ਦੇ ਲਈ ਪੂਰੀ ਪੰਕਤੀ, ਬਾਕੀ ਇੱਕ ਇੱਕ ਪੰਕਤੀ ਵਿੱਚ 3 ਗੁਰੂ ਸਾਹਿਬ ਜੀ ਦੇ, 2 ਗੁਰੂ ਸਾਹਿਬ ਜੀ ਦੀ ਮਹਿਮਾ ਵੀ ਗਾਈ ਗਈ ਹੈ। ਲੇਕਿਨ ਇੱਥੇ ਕੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਵੀ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਜੀ ਸਤਿਗੁਰਾਂ ਨੂੰ ਕੋਈ ਧਿਆ ਲਵੇ, ਧਿਆਨ ਵਿੱਚ ਧਰ ਲਵੇ। ਹੁਣ ਧਿਆਨ ਵਿੱਚ ਅਸੀਂ ਧਰ ਲਈਏ ਸਾਰੇ ਜਾਣੇ, ਔਰ ਉਹਨਾਂ ਦੇ ਕੋਈ ਦਰਸ਼ਨ ਕਰ ਲਵੇ। ਸੋ ਦਰਸ਼ਨ ਵੀ ਅਸੀਂ ਸੁਰਤੀ ਦੇ ਨਾਲ ਜਿਹੜੇ ਉਹ ਕਰਨੇ ਆ ਸਾਰਿਆਂ ਨੇ। ਇਹਦਾ ਫਲ ਕੀ ਹੈ? ਜਿਸ ਡਿੱਠੇ ਸਭ ਦੁੱਖ ਜਾਏ, ਸਾਰੇ ਦੁੱਖ ਜਿਹੜੇ ਨੇ ਦੂਰ ਹੋ ਜਾਂਦੇ। ਤੋ ਦੁੱਖ ਕਿਹੜੇ ਨੇ ਸੰਸਾਰ ਦੇ ਵਿੱਚ? ਗੁਰੂ ਨਾਨਕ ਸੱਚੇ ਪਾਤਸ਼ਾਹ ਤਾਂ ਕਹਿੰਦੇ ਨੇ ਕਿ ਨਾਨਕ ਦੁਖੀਆ ਸਭ ਸੰਸਾਰ। ਮਾਰੇ ਕਹਿੰਦੇ ਸਾਰਾ ਸੰਸਾਰ ਹੀ ਦੁਖੀ ਹੈ। ਬਾਲੀ ਰੋਏ ਨਾਰ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਸਾਰਾ ਹੀ ਸੰਸਾਰ ਜਿਹੜਾ ਦੁਖੀ ਹੈ। ਸੋ ਬਾਬਾ ਫਰੀਦ ਜੀ ਵੀ ਇਵੇਂ ਕਹਿੰਦੇ ਨੇ। ਉਹ ਕਹਿੰਦੇ ਨੇ ਵੀ ਮੈਂ ਤਾਂ ਜਾਣਿਆ ਸੀ ਸ਼ਾਇਦ ਮੈਂ ਹੀ ਦੁਖੀ ਹਾਂ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਇਆ ਜਗ। ਸਾਰੇ ਸੰਸਾਰ ਨੂੰ ਕਹਿੰਦੇ ਸਾਰਾ ਸੰਸਾਰ ਦੁਖੀ ਹੈ। ਕਿਵੇਂ ਪਤਾ ਚੱਲਿਆ? ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਹਾਕ। ਜਦੋਂ ਆਤਮਿਕ ਅਵਸਥਾ ਉੱਚੀ ਹੋ ਗਈ ਨਾ, ਫਿਰ ਪਹਿਲਾਂ ਤਾਂ ਬੰਦਾ ਆਪਣੇ ਹੀ ਦੇਖਦਾ ਵੀ ਸ਼ਾਇਦ ਮੈਂ ਹੀ ਦੁਖੀ ਹਾਂ। ਉੱਚੀ ਅਵਸਥਾ ਵਿੱਚ ਜਾ ਕੇ ਦੇਖਿਆ ਇਹ ਸਾਰਾ ਹੀ ਸੰਸਾਰ ਦੁੱਖ ਦੀ ਅਗਨੀ ਵਿੱਚ ਜਿਹੜਾ ਉਹ ਫਸਿਆ ਹੋਇਆ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ 4 ਦੁੱਖਾਂ ਦਾ ਬੜਾ ਜ਼ਿਕਰ ਕੀਤਾ ਹੈ। ਮਹਾਰਾਜ ਕਹਿੰਦੇ ਨੇ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ। ਇਹ 4 ਦੁੱਖ ਜਿਹੜੇ ਨੇ ਸੰਸਾਰ ਦੇ ਬੜੇ ਵੱਡੇ ਗਿਣੇ ਗਏ ਨੇ। ਇੱਕ ਵਿਛੋੜੇ ਦਾ ਦੁੱਖ, ਕੋਈ ਸੰਸਾਰ ਵਿੱਚੋਂ ਚਲਾ ਜਾਂਦਾ ਉਹਦਾ ਵਿਛੋੜੇ ਦਾ ਦੁੱਖ, ਜਾਂ ਆਪਣਾ ਕੋਈ ਪਿਆਰਾ ਸਾਡੇ ਤੋਂ ਵਿਛੜ ਜਾਂਦਾ ਉਹਦਾ ਦੁੱਖ ਸੀ, ਵੱਡਾ ਦੁੱਖ ਹੈ। ਬੰਦਾ ਫਿਰ ਕਈ ਵਾਰ ਉਸ ਤੋਂ ਬਿਨਾਂ ਬਹੁਤ ਜ਼ਿਆਦਾ ਉਦਾਸ, ਪਰੇਸ਼ਾਨ, ਦੁਖੀ ਰਹਿਣ ਲੱਗ ਜਾਂਦਾ। ਇਹ ਵੀ ਦੁੱਖ ਹੈ ਵਿਛੋੜੇ ਦਾ। ਦੂਸਰਾ, ਇਕੱਲਾ ਇਹ ਨਹੀਂ ਕਿ ਕੋਈ ਇਨਸਾਨ ਚੱਲ ਜਾਵੇ, ਕਈ ਵਾਰ ਚੀਜ਼ਾਂ ਦਾ, ਉਹ ਸਾਡੇ ਕੋਲ ਸੀਗਾ, ਉਹ ਖੋਹ ਹੋ ਗਿਆ, ਉਹ ਲੁੱਟ ਹੋ ਗਿਆ, ਉਹਦਾ 'ਚ ਵੀ ਇੱਕ ਬੰਦਾ ਫਸਿਆ ਰਹਿ ਜਾਂਦਾ ਹੈ। ਸੋ ਦੂਸਰਾ ਹੈਗਾ ਆ ਭੁੱਖ। ਭੁੱਖ ਜਿਹੜੀ ਹੈ, ਸਾਨੂੰ ਇੱਕ ਤਾਂ ਬਾਹਰਲੀ ਭੁੱਖ ਹੁੰਦੀ ਹੈ ਜਿਹੜੀ ਸਾਡੇ ਸਰੀਰ ਨੇ ਖਾ ਕੇ ਮਿਟਾਣੀ ਹੁੰਦੀ ਹੈ। ਇੱਕ ਭੁੱਖ ਜਿਹੜੀ ਤ੍ਰਿਸ਼ਨਾ ਦੀ ਭੁੱਖ, ਇਹ ਬੜਾ ਵੱਡਾ ਦੁੱਖ ਆ। ਤ੍ਰਿਸ਼ਨਾ ਸਾਨੂੰ ਦੁਖੀ ਕਰੀ ਰੱਖਦੀ ਹੈ, ਕਦੀ ਸੰਤੋਖ ਨਹੀਂ ਆਉਣ ਦਿੰਦੀ, ਤ੍ਰਿਪਤ ਨਹੀਂ ਹੋਣ ਦਿੰਦੀ। ਤੀਸਰਾ ਦੁੱਖ ਮਾਰੇ ਨੇ ਕਿਹਾ ਸਖਤ ਵਾਰ ਜਮਦੂਤ, ਮੌਤ ਦਾ ਡਰ। ਇਹ ਸਾਨੂੰ ਲੱਗਿਆ ਹੀ ਰਹਿਣਾ, ਮੌਤ ਦਾ ਡਰ, ਜਦ ਤੱਕ ਅਸੀਂ ਬੰਧਨ ਮੁਕਤ ਨਹੀਂ ਹੋ ਪਾਉਂਦੇ। ਇਹ ਸਾਨੂੰ ਲੱਗਿਆ ਰਹਿਣਾ। ਉਹ ਫਿਰ ਮੌਤ ਤੋਂ ਪਾਰ ਵਾਲਾ ਜੀਵਨ ਉਹ ਹੈ ਜਦੋਂ ਅਸੀਂ ਬੰਧਨ ਮੁਕਤ ਹੋ ਜਾਂਦੇ। ਇਸੇ ਕਾਰਨ ਅੱਜ ਅਸੀਂ ਬੇਨਤੀਆਂ ਕਰਨੀਆਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਕਿ ਸਾਡੇ ਜਿਹੜੇ ਡਰ ਨੇ ਨਾ ਸਾਰੇ, ਮਹਾਰਾਜ ਜੀ, ਇਹ ਜਿਹੜੇ ਦੁੱਖ ਨੇ ਸਾਨੂੰ ਚਿੰਬੜੇ ਹੋਏ। ਚੌਥਾ ਦੁੱਖ ਕਿਹੜਾ ਕਹਿ ਦਿੱਤਾ? ਇੱਕ ਦੁੱਖ ਰੋਗ ਲੱਗੇ ਤਨ ਧਾਏ, ਜਿਹੜੇ ਸਰੀਰ ਨੂੰ ਰੋਗ ਲੱਗ ਜਾਂਦਾ। ਸੋ ਇੱਥੇ ਤਨ ਤੇ ਮਨ ਦੋਨਾਂ ਦੇ ਰੋਗਾਂ ਦੀ ਗੱਲ ਮਹਾਰਾਜ ਨੇ ਕਰ ਦਿੱਤੀ। ਸੋ ਤਨ ਤੇ ਮਨ ਦੇ ਦੋਨਾਂ ਦੇ ਰੋਗ ਬਾਲਾ ਪ੍ਰੀਤਮ ਜੀ
ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ, ਸਤਿਗੁਰਾਂ ਦਾ ਕੋਈ ਧਿਆਨ ਧਰ ਲਵੇ, ਸਤਿਗੁਰਾਂ ਦੇ ਕੋਈ ਦਰਸ਼ਨ ਕਰ ਲਵੇ, ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਸਾਰੇ ਦੁੱਖ ਜਿਹੜੇ ਨੇ ਦੂਰ ਹੋ ਜਾਂਦੇ ਨੇ। ਸੋ ਗੁਰੂ ਨਾਨਕ ਦੇ ਘਰ ਦੇ ਵਿੱਚ ਇਹ ਕੋਈ ਲੈਣਾ ਦੇਣਾ ਨਹੀਂ ਕਿ ਕੋਈ 100 ਸਾਲ ਦੀ ਉਮਰ ਦਾ ਹੋਵੇ ਜਾਂ ਵੱਡੀ ਉਮਰ ਦਾ ਹੋਵੇ, ਉਹਦੇ ਵਿੱਚ ਉਹੀ ਸਿਆਣਾ ਹੋ ਸਕਦਾ ਹੈ। ਨਹੀਂ, ਸਿਆਣਾ ਤਾਂ ਜਿਹੜੇ ਹੈ, ਸਿਆਣਪ ਤਾਂ ਕਿਸੇ ਨੂੰ ਵੀ ਹੋ ਸਕਦੀ, ਕਿਸੇ ਨੂੰ ਵੀ। ਸ਼ੇਖ ਸਾਇਦੀ ਜੀ ਦਾ ਵੀ ਅਸੀਂ ਜ਼ਿਕਰ ਕਰੀਏ ਤਾਂ ਇੱਕ ਵਾਰ ਆਪਣਾ ਜ਼ਿਕਰ ਕਰਦੇ ਨੇ, ਮਹਾਤਮਾ ਮਹਾਂਪੁਰਸ਼ ਹੋਏ ਨੇ, ਫਕੀਰ ਹੋਏ ਨੇ, ਪੀਰ ਹੋਏ ਨੇ। ਉਹ ਕਹਿੰਦੇ ਕਿ ਇੱਕ ਵਾਰ ਮੈਂ ਲੰਬੀ ਯਾਤਰਾ ਤੇ ਜਾ ਰਿਹਾ ਸੀ, ਇੱਕ ਮੈਂ ਸੀ, ਇੱਕ ਮੇਰੇ ਨਾਲ ਇੱਕ ਮੁਰਗਾ, ਇੱਕ ਮੇਰਾ ਖੋਤਾ। 3 ਦਿਨ ਸਾਨੂੰ ਖਾਣ ਲਈ ਕੁਛ ਮਿਲਿਆ ਨਹੀਂ, ਕੋਈ ਇਹੋ ਜਿਹੇ ਸਫ਼ਰ ਤੇ ਜਾ ਰਹੇ ਹੋਣਗੇ, ਭੁੱਖੇ ਹਾਂ ਅਸੀਂ ਕਹਿੰਦੇ ਤਿੰਨੋਂ। ਹੁਣ ਕਹਿੰਦੇ ਵੀ ਇੱਕ ਮੇਰੇ ਕੋਲ ਟਕਾ ਆ, ਸੋ ਉੱਥੇ ਹੁਣ ਖਾਣ ਦਾ ਕੁਛ ਮਿਲ ਰਿਹਾ ਸਮਾਨ, ਟਕਾ ਇੱਕ ਆ, 3 ਦਿਨ ਦੇ ਭੁੱਖੇ ਨੇ। ਮੈਂ ਬੜੀਆਂ ਵਿਚਾਰਾਂ ਦੇ ਵਿੱਚ ਆ ਕਿ ਇੱਕ ਟਕੇ ਦਾ ਅਗਰ ਮੈਂ ਖਾ ਲੈਂਦਾ ਆ, ਮੇਰਾ ਖੋਤਾ ਤੇ ਮੇਰਾ ਮੁਰਗਾ ਭੁੱਖੇ ਰਹਿ ਜਾਂਦੇ ਨੇ। ਇੱਕ ਟਕੇ ਦਾ ਅਗਰ ਮੈਂ ਮੁਰਗੇ ਨੂੰ ਖਿਲਾ ਦਿੰਦਾ ਆ, ਤਾਂ ਮੈਂ ਅਤੇ ਮੇਰਾ ਖੋਤਾ ਭੁੱਖਾ ਰਹਿ ਜਾਂਦਾ। ਅਗਰ ਖੋਤੇ ਨੂੰ ਖਿਲਾ ਦਿੰਦਾ ਮੁਰਗਾ ਤੇ ਮੈਂ ਭੁੱਖਾ, ਵੀ ਕੀ ਕਰਾਂ, ਤੈਨੂੰ ਹੀ ਭੁੱਖੇ ਆ ਅਸੀਂ। ਉਹ ਬੜੀ ਪਰੇਸ਼ਾਨੀ ਦੇ ਵਿੱਚ ਨੇ। ਉਹਨੇ ਨੂੰ ਉਹਨਾਂ ਨੂੰ ਇੱਕ ਬੱਚਾ ਮਿਲਦਾ ਛੋਟਾ ਜਿਹਾ। ਉਹ ਕਹਿੰਦਾ, ਮਹਾਤਮਾ ਜੀ ਤੁਹਾਡੇ ਚਿਹਰੇ ਤੇ ਬੜੀ ਪਰੇਸ਼ਾਨੀ ਨਜ਼ਰ ਆ ਰਹੀ ਹੈ। ਚਿਹਰਾ ਦੱਸ ਦਿੰਦਾ ਨਾ, ਤੁਹਾਡਾ ਅੰਦਰਲੇ ਜੋ ਐਕਸਪ੍ਰੈਸ਼ਨਸ ਹੁੰਦੇ ਨੇ ਉਹ ਚਿਹਰੇ ਤੇ ਆ ਜਾਂਦੇ, ਜੋ ਸਾਡੇ ਭਾਵ ਹੁੰਦੇ ਨੇ। ਕਿਹਾ ਵੀ ਤੁਸੀਂ ਪਰੇਸ਼ਾਨ ਲੱਗ ਰਹੇ ਹੋ ਮਹਾਤਮਾ ਜੀ, ਕੀ ਕਾਰਨ ਹੈ? ਸਰ ਮੈਨੂੰ ਦੱਸੋ। ਉਹ ਬੱਚਾ ਕਹਿੰਦਾ, ਮੈਨੂੰ ਦੱਸੋ। ਮਹਾਤਮਾ ਜੀ ਨੇ ਕਿਹਾ, ਤੂੰ ਬੱਚਾ ਆ, ਤੂੰ ਕਿਵੇਂ ਸਮੱਸਿਆ ਦਾ ਹੱਲ ਕਰ ਲਏਗਾ? ਉਹਨੇ ਕਿਹਾ, ਮਹਾਤਮਾ ਜੀ ਦੱਸੋ ਤਾਂ ਸਹੀ। ਤੇ ਮਹਾਤਮਾ ਜੀ ਨੇ ਦੱਸਿਆ ਬੱਚੇ ਨੂੰ ਗੱਲ, ਵੀ ਇੱਕ ਟਕਾ ਮੇਰੇ ਕੋਲ ਤੇ 3 ਜਾਣੇ ਅਸੀਂ 3 ਦਿਨਾਂ ਦੇ ਭੁੱਖੇ ਆ। ਇੱਕ ਜਾਣੇ ਨੂੰ ਅਗਰ ਖਿਲਾ ਦਿੱਤਾ ਜਾਵੇ, 2 ਜਾਣੇ ਭੁੱਖੇ ਰਹਿ ਜਾਣਗੇ, ਫਿਰ ਕੀ ਕਰਾਂ? ਬੱਚਾ ਮੁਸਕਰਾਇਆ। ਉਹ ਕਹਿੰਦੇ, ਇਹ ਤਾਂ ਕੋਈ ਸਮੱਸਿਆ ਹੀ ਨਹੀਂ ਹੈ। ਉਹ ਕਹਿੰਦੇ, ਸਮੱਸਿਆ ਨਹੀਂ, ਮੈਂ ਇੰਨਾ ਪਰੇਸ਼ਾਨੀ ਵਿੱਚ ਆ ਵੀ ਅਸੀਂ ਤਿੰਨੋਂ ਭੁੱਖੇ, ਇੱਕ ਟਕਾ, ਤੂੰ ਕਹਿੰਦਾ ਕੋਈ ਸਮੱਸਿਆ ਹੀ ਨਹੀਂ। ਉਹ ਕਹਿੰਦੇ, ਇਹਦਾ ਤਾਂ ਹੱਲ ਹੈਗਾ। ਬੱਚਾ ਕਹਿੰਦਾ, ਸ਼ੇਖ ਸਾਇਦੀ ਜੀ ਨੇ ਪੁੱਛਿਆ ਵੀ ਕੀ ਹੱਲ ਆ? ਉਹ ਕਹਿੰਦਾ, ਜਿਹੜਾ ਇੱਕ ਟਕਾ ਆ, ਇਹਦਾ ਤੁਸੀਂ ਤਰਬੂਜ ਖਰੀਦੋ, ਵਾਟਰਮੈਲਨ, ਇਹ ਖਰੀਦ ਲਓ। ਸੋ ਉਹਦਾ ਜਿਹੜਾ ਆ ਬੀਜ ਆ, ਜਦੋਂ ਉਹਨੂੰ ਖੋਲੂਗੇ, ਪਾੜੂਗੇ, ਉਹਦਾ ਜਿਹੜੇ ਬੀਜ ਆ ਉਹ ਮੁਰਗੇ ਨੂੰ ਖਿਲਾ ਦਿਓ, ਮੁਰਗਾ ਦਾ ਢਿੱਡ ਭਰ ਜਾਏਗਾ। ਤੇ ਜਿਹੜਾ ਉਹਦਾ ਅੰਦਰਲਾ ਗੁੱਦਾ ਹੈ, ਤੁਸੀਂ ਖਾ ਲਓ, ਤੁਹਾਡਾ ਢਿੱਡ ਭਰ ਜਾਏਗਾ। ਜਿਹੜਾ ਉਹਦਾ ਬਾਹਰਲਾ ਖੱਪਰ ਆ, ਛਿਲਕੇ ਆ, ਉਹ ਆਪਣੇ ਖੋਤੇ ਨੂੰ ਖਿਲਾ ਦਿਓ, ਉਹਦਾ ਢਿੱਡ ਭਰ ਜਾਏਗਾ। ਤਾਂ ਸ਼ੇਖ ਸਾਦੀ ਜੀ ਨੇ ਕਿਹਾ ਵੀ ਆ ਮੈਨੂੰ ਆਈਡੀਆ ਹੀ ਨਹੀਂ ਆਇਆ, ਇਹ ਤਾਂ ਬੜੀ ਸੌਖੀ ਜਿਹੀ ਗੱਲ ਸੀ। ਲੇਕਿਨ ਇਹ ਛੋਟੇ ਜਿਹੇ ਬੱਚੇ ਨੂੰ ਇਹ ਇੰਨੀ ਅਕਲ, ਇੰਨੀ ਸਮਝ ਆ ਗਈ। ਸੋ ਉਹ ਤਾਂ ਇੱਕ ਬੱਚਾ ਸੀ। ਇਹ ਤਾਂ ਮਹਾਂਪੁਰਖਾਂ ਨੇ ਕਈ ਵਾਰ ਨਾ ਬਣਾ ਲੈਂਦੇ ਨੇ ਗੱਲ ਸਾਨੂੰ ਸਮਝਾਉਣ ਦੇ ਲਈ, ਜ਼ਰੂਰੀ ਨਹੀਂ ਇਵੇਂ ਇਹ ਹੋਇਆ ਹੋਵੇ, ਇਹ ਸਾਨੂੰ ਸਿੱਖਿਆ ਦੇਣ ਲਈ। ਪਰ ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਸਤਿਗੁਰ ਸੱਚੇ ਪਾਤਸ਼ਾਹ ਜੀ ਤਾਂ ਗੁਰੂ ਨਾਨਕ ਦੀ ਜੋਤ ਹੈ ਇੱਥੇ। ਉਹ ਦੀਨ ਦੁਨੀਆ ਦੇ ਮਾਲਕ, ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਾਰੇ, ਉੱਥੇ ਤਾਂ ਉਹ ਜੋਤ ਹੈ। ਸਤਿਗੁਰਾਂ ਦਾ ਜਿਹੜਾ ਪ੍ਰਕਾਸ਼ ਹੈ, ਆਗਮਨ ਹੈ ਸਤਿਗੁਰਾਂ ਦਾ। ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ 7ਵੇਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ, ਮਾਤਾ ਕ੍ਰਿਸ਼ਨ ਕੌਰ ਦੀ ਪਵਿੱਤਰ ਕੁੱਖ ਤੋਂ ਮਹਾਰਾਜ ਦਾ ਪ੍ਰਕਾਸ਼ ਹੋਇਆ, ਆਗਮਨ ਹੋਇਆ। ਸਤਿਗੁਰਾਂ ਦੀ 7ਵੇਂ ਪਾਤਸ਼ਾਹ ਜੀ ਗੁਰੂ ਜੋਤ ਦੇ ਅੰਡਰ ਸ਼ਾਵਰ ਉੱਥੇ ਪਲ ਬਣ ਰਹੇ ਨੇ। ਸੋ ਬੜਾ ਨਿਰਮਲ ਜੀਵਨ ਹੈ, ਬਹੁਤ ਬੰਦਗੀ ਵਾਲੀ ਰੂਹ ਨੇ, ਬੜੇ ਸ਼ਾਂਤ ਸੁਭਾਅ ਦੇ ਨੇ। 7ਵੇਂ ਪਾਤਸ਼ਾਹ ਦੇ 2 ਪੁੱਤਰ ਨੇ। ਵੱਡੇ ਪੁੱਤਰ ਨੇ ਬਾਬਾ ਰਾਮ ਰਾਏ ਜੀ, ਛੋਟੇ ਨੇ ਬਾਲਾ ਪ੍ਰੀਤਮ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ। ਸੋ ਬਾਬਾ ਰਾਮ ਰਾਏ ਜੀ ਵੀ ਬੜੇ ਬੰਦਗੀ ਵਾਲੇ ਨੇ, ਬੜੇ ਨੇਕ ਨੇ, ਬੜੇ ਗਿਆਨੀ ਨੇ, ਬੜੀ ਸੇਵਾ ਭਾਵ ਵਾਲੇ ਨੇ। ਸਾਰੇ ਜੋ ਪਿਤਾ ਜੀ ਸਤਿਗੁਰੂ ਜੀ ਜੋ ਕਹਿੰਦੇ ਨੇ, ਉਹ ਭੱਜ ਭੱਜ ਕੇ ਸਾਰੀਆਂ ਸੇਵਾਵਾਂ ਕਰਦੇ ਨੇ। ਔਰ ਸੰਗਤਾਂ ਵਿੱਚ ਵੀ ਹਰਮਨ ਪਿਆਰੇ ਨੇ, ਸੰਗਤਾਂ ਉਹਨਾਂ ਨੂੰ ਵੀ ਪ੍ਰੇਮ ਕਰਦੀਆਂ ਨੇ, ਦੋਨਾਂ ਸਾਹਿਬਜ਼ਾਦਿਆਂ ਨੂੰ ਬਰਾਬਰ ਪ੍ਰੇਮ ਕਰਦੀਆਂ ਨੇ ਸੰਗਤਾਂ। ਸੋ ਉਧਰ ਜੋ ਔਰੰਗਜ਼ੇਬ ਹੈ, ਇਹਨੇ 7ਵੇਂ ਪਾਤਸ਼ਾਹ ਤੱਕ ਸੁਨੇਹਾ ਭਜਾਇਆ ਵੀ ਸਾਨੂੰ ਆ ਕੇ ਦਰਸ਼ਨ ਦਿਓ। 7ਵੇਂ ਪਾਤਸ਼ਾਹ ਜੀ ਜਿਹੜਾ ਵਿਚਾਰਾਂ ਕਰ ਰਹੇ ਨੇ ਸਿੱਖਾਂ ਦੇ ਨਾਲ,
ਤੋ ਸਿੱਖਾਂ ਨੇ ਸਲਾਹ ਦਿੱਤੀ, ਮਹਾਰਾਜ ਜੀ ਤੁਹਾਨੂੰ ਨਹੀਂ ਜਾਣਾ ਚਾਹੀਦਾ। ਕਿਉਂਕਿ ਜਦੋਂ ਵੀ ਬਾਦਸ਼ਾਹ ਦੇ ਕੋਲ ਗੁਰੂ ਗਏ ਨੇ, ਇਹ ਠੀਕ ਨਹੀਂ ਕੰਮ। ਕਦੀ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ, ਕਦੇ ਛੇਵੇਂ ਪਾਤਸ਼ਾਹ ਨੂੰ ਬਹਾਨੇ ਦੇ ਨਾਲ ਬੁਲਾਇਆ ਗਿਆ ਤੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਲਿਆ ਗਿਆ। ਸੋ ਨੌਵੇਂ ਪਾਤਸ਼ਾਹ ਦੀ ਸ਼ਹਾਦਤ, ਉਹ ਤਾਂ ਚਲੋ ਬਾਅਦ ਵਿੱਚ ਹੋਈ ਸੰਗਤ ਜੀ। ਸੋ ਉਹ ਕਹਿੰਦੇ ਨੇ, ਸਿੱਖਾਂ ਨੇ ਸਲਾਹ ਦਿੱਤੀ ਕਿ ਮਹਾਰਾਜ ਜੀ ਤੁਸੀਂ ਨਾ ਜਾਓ। ਉਹ ਸਤਿਗੁਰਾਂ ਨੇ ਵੈਸੇ ਵੀ ਕਿਹਾ ਸੀ ਕਿ ਅਸੀਂ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ। ਤੋ ਮਹਾਰਾਜ ਜੀ ਨੇ ਫਿਰ ਆਪਣੇ ਵੱਡੇ ਪੁੱਤਰ ਬਾਬਾ ਰਾਮ ਰਾਏ ਜੀ ਨੂੰ ਭੇਜਿਆ ਕਿ ਤੁਸੀਂ ਜਾਓ ਉੱਥੇ ਔਰੰਗਜ਼ੇਬ ਬਾਦਸ਼ਾਹ ਦੇ ਕੋਲ, ਜੋ ਵੀ ਉਹਦੇ ਸਵਾਲ ਨੇ, ਜੋ ਵੀ ਕਰਨਗੇ, ਉਹ ਤੁਸੀਂ ਸਾਰਾ ਗੁਰਮਤਿ ਅਨੁਸਾਰ ਜਿਹੜਾ ਆ ਉਹ ਸਾਰੇ ਹੱਲ ਤੁਸੀਂ ਦੱਸਣੇ ਨੇ। ਔਰ ਦੱਸਣਾ ਆ ਵੀ ਇਹਦੇ ਵਿੱਚ ਸਾਰੇ ਧਰਮਾਂ ਦਾ ਜਿਹੜਾ ਸਰਬ ਸਾਂਝਾ ਇਹ ਜਿਹੜਾ ਹੈ ਗੁਰੂ ਕੀ ਜਿਹੜੀ ਬਾਣੀ ਹੈ, ਸਰਬ ਸਾਂਝਾ ਗ੍ਰੰਥ ਹੈ, ਸਭ ਨੂੰ ਪ੍ਰੇਮ ਕਰਨ ਵਾਲਾ ਇਹ ਗ੍ਰੰਥ ਹੈ। ਸੋ ਇਹ ਕਿਹਾ ਕਿ ਗੁਰੂ ਨਾਨਕ ਦੇ ਘਰ ਨੂੰ ਉਸੇ ਉਚਾਈ 'ਚ ਰੱਖਣਾ ਹੈ ਜਿਸ ਉਚਾਈ ਵਿੱਚ ਹੈ ਇਹ ਨਿਰੰਕਾਰੀ ਬਾਹ ਬਾਣੀ ਨਿਰੰਕਾਰ ਹੈ, ਨਿਰੰਕਾਰ ਦੀ ਜੋਤ ਦਾ ਇਹਦੇ ਵਿੱਚ ਜੋ ਹੈ ਉਹ ਸਾਰਾ ਸਿਧਾਂਤ ਤੁਸੀਂ ਦੱਸਣਾ। ਇਹ ਨਾਲ ਫਿਰ ਆਪਣੀਆਂ ਸ਼ਕਤੀਆਂ, ਆਪਣੀਆਂ ਰਹਿਮਤਾਂ, ਆਪਣੀਆਂ ਅਸੀਸਾਂ, ਆਪਣਾ ਥਾਪੜਾ ਦੇ ਕੇ ਭੇਜਿਆ ਆਪਣੇ ਵੱਡੇ ਸਾਹਿਬਜ਼ਾਦੇ ਨੂੰ ਕਿ ਡਰਨਾ ਨਹੀਂ, ਘਬਰਾਉਣਾ ਨਹੀਂ ਕਿਸੇ ਤੋਂ, ਸਾਰੀਆਂ ਸ਼ਕਤੀਆਂ ਅਜ਼ਮਤਾਂ ਅਸੀਂ ਤੁਹਾਨੂੰ ਦੇ ਕੇ ਤੋਰ ਰਹੇ ਹਾਂ। ਸੋ ਕਰਾਮਾਤੀ ਸ਼ਕਤੀਆਂ ਜਿਹਨੂੰ ਅਸੀਂ ਕਹਿ ਸਕਦੇ ਹਾਂ, ਰਿੱਧੀਆਂ ਸਿੱਧੀਆਂ ਪਾਵਰਸ ਜਿਹੜੀਆਂ ਨੇ ਇਹ ਸ਼ਕਤੀਆਂ ਦੇ ਕੇ ਭੇਜੀਆਂ। ਬਾਬਾ ਰਾਮ ਰਾਏ ਜੀ ਨੇ ਉੱਥੇ ਪਰਖ ਵੀ ਕੀਤੀ ਸੀ। ਤੋ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਵੀ ਉਹਨਾਂ ਨੇ ਬਿਨਾਂ ਘੋੜੇ ਤੋਂ ਜਿਹੜਾ ਰੱਥ ਸੀਗਾ ਉਹਨੂੰ ਕਿਹਾ ਸੀਗਾ ਕਿ ਚੱਲ ਕੇ ਦਿਖਾਓ, ਤਾਂ ਉਸੇ ਵਕਤ ਰੱਥ ਜਿਹੜਾ ਉਹ ਚੱਲਿਆ। ਬਾਬਾ ਰਾਮ ਰਾਏ ਜੀ ਨੇ ਉਹ ਰੱਥ ਦੀ ਗੁਰੂ ਦੀ ਪਰਿਕਰਮਾ ਕੀਤੀ। ਇੰਨਾ ਗੁਰੂ ਮਹਾਰਾਜ ਦਾ ਪ੍ਰੇਮ ਸਤਿਕਾਰ ਵੀ ਸੀ ਮਨ ਦੇ ਵਿੱਚ ਪਿਤਾ ਸਤਿਗੁਰੂ ਜੀ ਦਾ। ਸੋ ਉੱਥੋਂ ਬਾਬਾ ਰਾਮ ਰਾਏ ਜੀ ਹੋਰ ਮਹਾਰਾਜ ਨੇ ਸਿੱਖ ਵੀ ਨਾਲ ਭੇਜੇ। ਸੋ ਆਪਣਾ ਨੁਮਾਇੰਦਾ ਬਣਾ ਕੇ ਭੇਜਿਆ ਗਿਆ। ਦਿੱਲੀ ਪਹੁੰਚੇ ਨੇ। ਸੋ ਹੁਣ ਕਰਾਮਾਤੀ ਸ਼ਕਤੀਆਂ ਕੋਲ ਨੇ ਤਾਂ ਵੱਡੀਆਂ ਵੱਡੀਆਂ ਕਰਾਮਾਤਾਂ ਦਿਖਾਈਆਂ ਉੱਥੇ। 72 ਕਰਾਮਾਤਾਂ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਹੋਰ ਵਿਦਵਾਨ ਵੀ ਲਿਖਦੇ ਨੇ। ਤੋ ਆਪਾਂ ਉਹਨਾਂ ਦਾ ਜ਼ਿਕਰ ਨਾ ਕਰੀਏ। ਸੋ ਉਹ ਕਰਾਮਾਤਾਂ ਦਿਖਾਉਣ ਦੇ ਨਾਲ ਜਿਹੜਾ ਹੈ ਬਾਦਸ਼ਾਹ ਬੜਾ ਮੋਹਿਤ ਹੋਇਆ ਵੀ ਗੁਰੂ ਦਾ ਪੁੱਤਰ ਇੰਨੀ ਅਜ਼ਮਤ, ਇੰਨੀਆਂ ਕਰਾਮਾਤਾਂ। ਉਹ ਬੜਾ ਸਤਿਕਾਰ ਕਰਨ ਲੱਗ ਗਿਆ। ਸੋ ਉੱਚੇ ਸਿੰਘਾਸਨ ਤੇ ਬਿਠਾਉਣ ਲੱਗ ਗਿਆ। ਬੜੇ ਨਜ਼ਰਾਨੇ, ਭੇਟਾਂ ਜਿਹੜੀਆਂ ਉਹ ਬਾਬਾ ਰਾਮ ਰਾਏ ਜੀ ਨੂੰ ਦੇਣ ਲੱਗ ਗਿਆ। ਸੋ ਬਾਬਾ ਰਾਮ ਰਾਏ ਜੀ ਦੀ ਬਹੁਤ ਚੜ੍ਹਤ ਹੋਈ। ਇੱਕ ਤਾਂ ਗੁਰੂ ਪੁੱਤਰ ਨੇ, ਇੱਕ ਗੁਰੂ ਮਹਾਰਾਜ ਸ਼ਕਤੀਆਂ ਦੇ ਕੇ ਭੇਜੀਆਂ ਨੇ, ਇੱਕ ਗਿਆਨ ਵੀ ਹੈ ਸਾਰਾ। ਸੋ ਬੜੀ ਚੜ੍ਹਤ ਹੈ ਉੱਥੇ ਉਹਨਾਂ ਦੀ। ਲੇਕਿਨ ਦੂਸਰੇ ਜਿਹੜੇ ਉੱਥੇ ਮਿਨਿਸਟਰੀ ਵਿੱਚ ਹੁੰਦੇ ਨੇ ਉਹ ਈਰਖਾ ਕਰਨ ਲੱਗ ਗਏ। ਕਾਜੀ ਮਲਾਣੇ ਵੀ ਹੋਰ ਵੀ ਸਾਰੇ ਵੀ ਇੰਨੀ ਚੜ੍ਹਤ ਹੋ ਗਈ ਤੇ ਉਹ ਚਾਹੁੰਦੇ ਹੁੰਦੇ ਆ ਕਿ ਨਹੀਂ ਇਸਲਾਮ ਫਿਰ ਕਿੱਥੇ ਜਾਗਾ। ਉਹ ਤਾਂ ਚਾਹੁੰਦੇ ਸੀ ਇਸਲਾਮ ਹੀ ਫੈਲੇ, ਨਹੀਂ ਤਾਂ ਹੋਰ ਧਰਮ ਦੇ ਜਿਹੜਾ ਸਤਿਕਾਰ ਹੋਣ ਲੱਗ ਗਿਆ ਜਿਹੜੇ ਨੁਮਾਇੰਦੇ ਨੇ। ਸੋ ਉਹਨਾਂ ਨੇ ਫਿਰ ਔਰੰਗਜ਼ੇਬ ਨੂੰ ਇਹ ਕਿਹਾ ਵੀ ਤੁਸੀਂ ਗੁਰੂ ਪੁੱਤਰ ਨੂੰ ਪੁੱਛੋ ਬਾਬਾ ਰਾਮ ਰਾਏ ਜੀ ਨੂੰ ਕਿ ਤੁਹਾਡੀ ਬਾਣੀ ਦੇ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਨਾਰ। ਤੇ ਜਦੋਂ ਕਿ ਇਸਲਾਮ ਧਰਮ ਦੇ ਵਿੱਚ ਤਾਂ ਜਿਹੜਾ ਹੈ ਮੁਸਲਮਾਨਾਂ ਨੂੰ ਜਿਹੜਾ ਉਹ ਜਲਾਉਂਦੇ ਨਹੀਂ ਹੈਗੇ, ਉਹ ਦਫਨ ਕਰਦੇ ਨੇ। ਤਾਂ ਇਹ ਤੁਸੀਂ ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਉਂਕਿ ਬਾਣੀ ਦੇ ਵਿੱਚ ਕਿਹਾ ਨਾ ਵੀ ਉਹ ਜਿਹੜੀ ਮਿੱਟੀ ਹੈ ਉਹ ਜਿਹੜਾ ਘੁਮਿਆਰਿਆ ਲੈ ਜਾਂਦਾ ਹੈ ਚੱਕ ਕੇ। ਸੋ ਉਹ ਤਾਂ ਫਿਰ ਇਹ ਸੋਚਦੇ ਨੇ ਮੁਸਲਮਾਨਾਂ ਧਰਮ ਵਿੱਚ ਆ ਵੀ ਅਗਰ ਸਰੀਰ ਨੂੰ ਜਲਾਓ ਤਾਂ ਉਹਨਾਂ ਨੂੰ ਦੋਜ਼ਖ ਵਿੱਚ ਸੜਨਾ ਪੈਂਦਾ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਨਸੈਪਟ ਕਲੀਅਰ ਕਰ ਲਏ, ਬਾਣੀ ਵਿੱਚ ਲਿਖਿਆ ਸੀ ਕਿ ਇਹ ਸਾਨੂੰ ਭੁਲੇਖੇ ਨੇ ਵੀ ਉਹ ਸਰੀਰ ਨੂੰ ਅਗਰ ਜਲਾ ਲਓ ਤਾਂ ਦੋਜ਼ਖ ਵਿੱਚ ਪੈ ਜਾਂਦਾ ਹੈ। ਸੋ ਇਹ ਤਾਂ ਜਿਹੜਾ ਆ ਮੁਸਲਮਾਨ ਦੀ ਵੀ ਜਿਹੜੀ ਮਿੱਟੀ ਆ ਉਹ ਵੀ ਜਿਹੜਾ ਉਹ ਅੱਗ 'ਚ ਜਾਣੀ ਹੀ ਜਾਣੀ ਆ, ਕਿਉਂਕਿ ਘੁਮਾਰ ਨੇ ਆ ਕੇ ਉੱਥੋਂ ਮਿੱਟੀ ਪੱਟਣੀ ਆ ਤਾਂ ਉਹਨੇ ਉਹਦੀਆਂ ਇੱਟਾਂ ਬਣਾ ਲੈਣੀਆਂ ਆ, ਭਾਂਡੇ ਬਣਾ ਲੈਣੇ ਆ। ਸੋ ਇਹ ਕਲੀਅਰ ਸੀਗਾ ਕਨਸੈਪਟ। ਲੇਕਿਨ ਬਾਬਾ ਰਾਮ ਰਾਏ ਜੀ ਨੂੰ ਵੀ ਪਤਾ ਸੀ, ਪਰ ਔਰੰਗਜ਼ੇਬ ਪਤਾ ਸੀ ਬੜਾ ਜ਼ਾਲਮ ਇਹ ਜਿਹੜਾ ਬਾਦਸ਼ਾਹ ਆ ਉਹ ਡਰ ਗਿਆ ਕਿ ਇੰਨੀ ਮੈਨੂੰ ਇੱਥੇ ਮੇਰੀ ਚੜ੍ਹਤ ਆ, ਇੰਨਾ ਮੇਰਾ ਸਵਾਗਤ ਆ, ਇੰਨਾ ਮੈਨੂੰ ਇਹ ਮੱਥੇ ਟੇਕਦਾ ਸਤਿਕਾਰ ਕਰਦੇ ਨੇ ਸਾਰੇ। ਤਾਂ ਡਰਦਿਆਂ ਨੇ ਇਹ ਕਹਿ ਦਿੱਤਾ ਵੀ ਨਹੀਂ, ਉਹ ਮਿੱਟੀ ਮੁਸਲਮਾਨ ਦੀ ਨਹੀਂ, ਮਿੱਟੀ ਬੇਈਮਾਨ ਕੀ ਉਹ ਮਹਾਰਾਜ ਨੇ ਉੱਥੇ ਲਿਖਿਆ। ਹੁਣ ਸਿੱਖ ਜਿਹੜੇ ਨਾਲ ਗਏ ਨੇ ਉਹ ਗੁਰੂ ਨੂੰ ਪ੍ਰੇਮ ਕਰਨ ਵਾਲੇ ਚੜ੍ਹਦੀਆਂ ਕਲਾ ਵਾਲੇ ਸਿੱਖ, ਉਹਨਾਂ ਨੇ ਉਸੇ ਵਕਤ ਸਤਵੇਂ ਪਾਤਸ਼ਾਹ ਨੂੰ ਚਿੱਠੀ ਲਿਖ ਕੇ ਸੁਨੇਹਾ ਭੇਜ ਦਿੱਤਾ ਕਿ ਮਹਾਰਾਜ ਜੀ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਨੇ ਜਿਹੜੀ ਹੈ ਬਾਣੀ ਦੀ ਉਹ ਅਰਥ ਹੀ ਬਦਲ ਕੇ ਰੱਖ ਦਿੱਤੇ ਔਰ ਸ਼ਬਦ ਵੀ ਬਦਲਿਆ, ਮੁਸਲਮਾਨ ਦੀ ਜਗ੍ਹਾ ਬੇਈਮਾਨ ਲਿਖਿਆ ਹੈ। ਜਦੋਂ ਸਤਿਗੁਰਾਂ ਨੇ ਪੜ੍ਹੀ ਚਿੱਠੀ ਤਾਂ ਮਹਾਰਾਜ ਨੇ ਉਸੇ ਵੇਲੇ ਕਹਿ ਦਿੱਤਾ ਕਿ ਰਾਮ ਰਾਏ ਸਾਡੇ ਮੱਥੇ ਨਾ ਲੱਗੇ। ਸੋ ਮਹਾਰਾਜ ਨੇ ਤਿਆਗ ਕਰ ਦਿੱਤਾ। ਇੱਥੋਂ ਦੇਖੋ ਇਹ ਸਿਧਾਂਤ ਸਾਨੂੰ ਕਿੰਨਾ ਸਮਝ ਲੱਗਦਾ ਕਿ ਗੁਰੂ ਮਹਾਰਾਜ ਜੀ
ਬਾਣੀ ਦੇ ਜਿਹੜੇ ਸਿਧਾਂਤ ਨੇ ਉਹਦੇ ਨਾਲ ਕੋਈ ਸਮਝੌਤਾ ਨਹੀਂ, ਆਪਣੇ ਪੁੱਤਰ ਦੇ ਮੋਹ 'ਚ ਨਹੀਂ ਵੀ ਇਹ ਸਾਡਾ ਪੁੱਤਰ ਹੈ ਤਾਂ ਨਹੀਂ, ਮੁੜ ਕੇ ਮੱਥੇ ਲੱਗੇ ਹੀ ਨਹੀਂ, ਕਿ ਸਾਡੇ ਮੱਥੇ ਨਾ ਲੱਗੇ, ਔਰ ਜਿੱਧਰੋਂ ਆਏਗਾ ਉੱਧਰੋਂ ਹੀ ਵਾਪਸ ਤੁਰ ਜਾਵੇ। ਉਧਰ ਰਾਮ ਰਾਏ ਨੂੰ ਵੀ ਬਾਬਾ ਜੀ ਨੂੰ ਖਬਰਾਂ ਪਹੁੰਚ ਗਈਆਂ ਕਿ ਮਹਾਰਾਜ ਨੇ ਵਚਨ ਕਰ ਦਿੱਤਾ ਹੈ। ਸੋ ਹੁਣ ਥੋੜਾ ਸਮਾਂ ਹੋਰ ਉੱਥੇ ਫਿਰ ਔਰੰਗਜ਼ੇਬ ਨੇ ਨੂੰ ਵੀ ਪਤਾ ਚੱਲ ਗਿਆ ਵੀ ਇਹ ਸਤਿਗੁਰਾਂ ਨੇ ਕਿਹਾ ਵੀ ਸਾਡੇ ਮੱਥੇ ਨਾ ਲੱਗੇ। ਤੇ ਜਦੋਂ ਰਾਮ ਰਾਏ ਨੇ, ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਨੂੰ ਦੱਸਿਆ, ਔਰੰਗਜ਼ੇਬ ਨੇ ਉੱਥੇ ਜਗੀਰ ਦੇ ਦਿੱਤੀ, ਕੋਈ ਨਹੀਂ ਤੁਸੀਂ ਇੱਥੇ ਆਰਾਮ ਨਾਲ ਰਹੋ, ਆਨੰਦ ਕਰੋ, ਨਾਲੇ ਸੀ ਔਰੰਗਜ਼ੇਬ ਨੂੰ ਮੈਂ ਜੋ ਚਾਹਾਂ ਇਹਨਾਂ ਕੋਲੋਂ ਕਰਾਮਾਤਾਂ ਜਿਹੜੀਆਂ ਕਰਵਾ ਲੈਂਦਾ ਹਾਂ। ਸੋ ਉਹ ਆਪਣੀ ਚੁਗਲ ਵਿੱਚ ਲੱਗਿਆ ਹੋਇਆ ਸੀਗਾ। ਇੱਧਰ ਸੱਤਵੇਂ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਫਿਰ ਆਪਣੀ ਜਿਹੜੀ ਜੋਤ ਹੈ, ਗੁਰੂ ਜੋਤ ਜਿਹੜੀ ਗੁਰੂ ਨਾਨਕ ਦੀ ਜੋਤ ਹੈ, ਉਹ ਆਪਣੇ ਛੋਟੇ ਪੁੱਤਰ ਜਿਹੜੇ ਕਿ ਸਿਰਫ ਔਰ ਸਰੀਰਕ ਰੂਪ ਵਿੱਚ 5.25 ਸਾਲ ਦੇ ਨੇ, ਬਾਲਾ ਪ੍ਰੀਤਮ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਵਿੱਚ ਆਪਣੀ ਜੋਤ ਟਿਕਾ ਦਿੱਤੀ। ਉਹ ਹੁਣ ਇਹ ਬੜੀ ਸੰਗਤ ਜੀ ਇੱਕ ਤਹਿਲਕਾ, ਇੱਕ ਅਚੰਭਾ ਸੀ, ਕਿਉਂਕਿ ਜੋ ਹਿੰਦੁਸਤਾਨ ਦੀ ਪਰੰਪਰਾ ਸੀ ਉਹਦੇ ਵਿੱਚ ਇਹ ਸੀ ਕਿ ਜਦ ਤੱਕ ਤੁਸੀਂ ਸਾਰੇ ਵੇਦ ਗ੍ਰੰਥ ਸ਼ਾਸਤਰ ਸਿਮਰਤੀਆਂ ਇਹ ਸਾਰਾ ਕੁਝ ਨਹੀਂ ਪੜ੍ਹਦੇ, ਇਹਨਾਂ ਦੀ ਨੌਲੇਜ ਨਹੀਂ ਲੈਂਦੇ, ਔਰ ਇਹ ਕਰਦਿਆਂ ਕਰਦਿਆਂ ਤੁਹਾਨੂੰ ਤਕਰੀਬਨ 30-35 ਸਾਲ ਦਾ ਜੀਵਨ ਜਿਹੜਾ ਚਾਹੀਦਾ, ਇਹਨਾਂ ਦੀ ਸਟੱਡੀ ਕਰਨਾ, ਇਹਨਾਂ ਨੂੰ ਸਮਝਣਾ, ਫਿਰ ਇਹਦਾ ਨਿਧਿਆਸਨ ਕਰਨਾ, ਅਭਿਆਸ ਕਰਨਾ, ਵੀ 5 ਸਾਲ 5.25 ਸਾਲ ਦੇ ਬੱਚੇ ਨੂੰ ਇਹ ਤਾਂ ਮਤਲਬ ਹੋ ਹੀ ਨਹੀਂ ਸਕਦਾ ਵੀ ਉਹ ਗੁਰੂ ਹੋ ਜਾਵੇ। ਕੁਛ ਈਰਖਾ ਵੀ ਚੱਲ ਰਹੀ ਸੀਗੀ ਗੁਰੂ ਘਰ ਦੇ ਵਿੱਚ, ਉਧਰੋਂ ਬਾਬਾ ਰਾਮ ਰਾਏ ਈਰਖਾ ਕਰਨੀ ਸ਼ੁਰੂ ਕਰ ਦਿੱਤੀ ਵੀ ਮੈਂ ਵੱਡਾ ਸੀ, ਮੈਨੂੰ ਜੋ ਗੁਰਤਾ ਗੱਦੀ ਮਿਲਣੀ ਚਾਹੀਦੀ ਹੈ। ਕੁਛ ਹੋਰ ਵਿਰੋਧੀ ਜਿਹੜੇ ਨੇ, ਔਰ ਕੁਛ ਜਿਹੜੇ ਨੇ ਬ੍ਰਾਹਮਣ ਲੋਕ ਨੇ, ਸਾਰੇ ਨਹੀਂ, ਉਹ ਜਿਹੜੇ ਕਿ ਜਾਤ ਅਭਿਮਾਨੀ ਬ੍ਰਾਹਮਣ ਨੇ। ਇੱਕ ਤਾਂ ਬ੍ਰਾਹਮਣ ਉਹ ਹੁੰਦਾ ਜਿਹੜਾ ਬ੍ਰਹਮ ਨੂੰ ਬਿੰਦ ਲੈਂਦਾ ਹੈ, ਸੋ ਉਹ ਜਾਤਾਂ ਦਾ ਅਭਿਮਾਨ ਨਹੀਂ ਕਰਦਾ, ਉਹ ਤਾਂ ਸਾਰਿਆਂ ਦੇ ਵਿੱਚ ਹੀ ਉਹਦੀ ਜੋਤ ਦੇਖਦਾ। ਸੋ ਇਹ ਜਿਹੜੇ ਜਾਤ ਅਭਿਮਾਨੀ ਮਤਲਬ ਮੈਲ ਬਹੁਤ ਵੱਡਾ ਹੰਗੋਮੇ ਦੀ ਮੈਲ ਵਾਲੇ, ਉਹ ਵੀ ਈਰਖਾ ਕਰ ਰਹੇ ਨੇ ਵੀ ਇਹ ਛੋਟਾ ਜਿਹਾ ਬੱਚਾ ਕਿਵੇਂ ਗੁਰੂ ਹੋ ਸਕਦਾ। ਇੱਕ ਵਾਰ ਪੰਜਵੇਂ ਪਾਤਸ਼ਾਹੀ ਉੱਥੇ ਕੀਰਤਪੁਰ ਸਾਹਿਬ ਪਾਲਕੀ ਦੇ ਵਿੱਚ ਸਿੱਖ ਲੈ ਕੇ ਜਾ ਰਹੇ ਨੇ ਮਹਾਰਾਜ ਜੀ ਨੂੰ ਸੈਰ ਕਰਾਉਣ ਦੇ ਲਈ। ਤੋ 8ਵੇਂ ਪਾਤਸ਼ਾਹ ਦੇ ਅੱਗੇ ਬ੍ਰਾਹਮਣਾਂ ਨੇ ਕੀ ਕੀਤਾ, ਇੱਕ ਕੋੜੀ ਨੂੰ ਲਿਆ ਕੇ ਖੜਾ ਦਿੱਤਾ। ਕੋੜੀ ਨੂੰ ਕਿਹਾ ਵੀ ਤੂੰ ਉਹਨਾਂ ਤਾਂ ਗੁਰੂ ਨਾਨਕ ਦੀ ਜੋਤ ਹੈ। ਸੋ ਉਹਨਾਂ ਨੂੰ ਇਹ ਸੀ ਕਿ 5.25 ਸਾਲ ਦਾ ਬਾਲਕ ਠੀਕ ਹੀ ਨਹੀਂ ਕਰ ਸਕਦਾ, ਇਹ ਤਾਂ ਐਵੇਂ ਹੀ ਹੈ, ਤੇ ਕੋੜੀ ਜਾਏਗਾ, ਜਦੋਂ ਨਹੀਂ ਹੋਏਗਾ ਠੀਕ ਤਾਂ ਫਿਰ ਅਸੀਂ ਰੌਲਾ ਪਾ ਦੇਵਾਂਗੇ, ਹੈ ਹੀ ਨਹੀਂ ਗੁਰੂ ਨਾਨਕ ਦੀ ਜੋਤ। ਤਾਂ ਵੈਸੇ ਤਾਂ ਗੁਰੂ ਮਹਾਰਾਜ ਕਰਾਮਾਤਾਂ ਨਹੀਂ ਦਿਖਾਣੀਆਂ ਚਾਹੁੰਦੇ ਹੁੰਦੇ, ਪਰ ਜੇ ਕਿਤੇ ਜ਼ਰੂਰਤ ਹੈ, ਫਿਰ ਸਤਿਗੁਰ ਕਰਾਮਾਤ ਕੀ, ਸਤਿਗੁਰ ਦੀ ਅਜ਼ਮਤ ਹੈ, ਸਤਿਗੁਰ ਦੀ ਰਹਿਮਤ ਹੈ, ਸਤਿਗੁਰ ਦੀ ਦ੍ਰਿਸ਼ਟੀ 'ਚ ਇੰਨੀ ਸ਼ਕਤੀ ਹੈ। ਔਰ ਅੱਜ ਸਾਇੰਸ ਵੀ ਇਸ ਚੀਜ਼ ਨੂੰ ਦੱਸ ਰਹੀ ਹੈ ਸੰਗਤ ਜੀ, ਕਿ ਜਿਹੋ ਜਿਹਾ ਕਿਸੇ ਦਾ ਅੰਦਰ ਦੀ ਪਰਸਨੈਲਿਟੀ ਹੈ, ਮਤਲਬ ਰੂਹ ਹੈ ਜਿਸ ਲੈਵਲ ਦੀ, ਉਹਦਾ ਔਰਾ ਹੋ ਜਿਹਾ ਆ, ਉਹਦਾ ਆਸ-ਪਾਸ ਪ੍ਰਭਾਵ ਪੈਂਦਾ ਹੀ ਪੈਂਦਾ। ਇਹ ਤਾਂ ਗੁਰੂ ਨਾਨਕ ਦੀ ਜੋਤ ਹੈ ਇੱਥੇ ਤਾਂ। ਸੋ ਅਮਰੀਕਾ ਵਿੱਚ ਇਹ ਵੀ ਰਿਸਰਚ ਹੋ ਗਈ ਕਿ ਤੁਹਾਡੇ ਜਿਹੜੇ ਕੱਪੜੇ ਨੇ, ਇਹਨੂੰ ਲੱਖ ਸਾਲ ਬਾਅਦ ਵੀ ਅਗਰ ਰਿਸਰਚ ਕੀਤੀ ਜਾਵੇ, ਉਹ ਦੱਸੇਗੀ ਕਿ ਇਹ ਕਿਹੋ ਜਿਹੀ ਐਨਰਜੀ ਸੀ ਇਸ ਪਰਸਨੈਲਿਟੀ ਦੀ। ਇੰਨੀਆਂ ਅੱਜ ਤੱਕ ਸਾਇੰਸ ਨੇ ਵੀ ਖੋਜਾਂ ਕਰ ਲਈਆਂ। ਤੋ 8ਵੇਂ ਪਾਤਸ਼ਾਹੀ ਜਦੋਂ ਜਾ ਰਹੇ ਨੇ ਤਾਂ ਕੋਹੜੀ ਅੱਗੇ ਆ ਗਿਆ, ਤੇ ਉਹਨੇ ਬੇਨਤੀ ਕੀਤੀ ਹੱਥ ਜੋੜ ਕੇ ਵੀ ਤੁਸੀਂ ਤਾਂ ਗੁਰੂ ਨਾਨਕ ਹੋ, ਗੁਰੂ ਨਾਨਕ ਦੀ ਜੋਤ ਹੋ, ਮਹਾਰਾਜ ਜੀ ਮੈਨੂੰ ਠੀਕ ਕਰੋ। ਉਹ ਤਾਂ ਸੱਚੀ ਆਪਣੀ ਬੇਨਤੀ ਕਰ ਰਿਹਾ ਸੀ ਕਿ ਮੇਰਾ ਰੋਗ ਕਸ਼ਟ ਕੱਟਿਆ ਜਾਵੇ। ਤੇ ਬ੍ਰਾਹਮਣ ਈਰਖਾ ਦੇ ਨਾਲ ਭੇਜਿਆ ਬ੍ਰਾਹਮਣਾਂ ਨੇ। ਸੋ ਉਹ ਜਦੋਂ ਮਹਾਰਾਜ ਜੀ ਨੇ ਮੇਰਾ ਦੇ ਘਰ ਵਿੱਚ ਆਏ, ਬਾਲਾ ਪ੍ਰੀਤਮ 5.25 ਸਾਲ ਦੇ ਬਾਲਕ ਨੇ ਸਰੀਰਕ ਰੂਪ ਦੇ ਵਿੱਚ ਆਪਣਾ ਰੁਮਾਲ ਜਿਹੜਾ ਹੈ ਉਹਨੂੰ ਦਿੱਤਾ ਵੀ ਕਿ ਉਹ ਸਾਰੇ ਆਪਣੇ ਤਨ ਦੇ ਉੱਤੇ ਫੇਰ ਲਓ। ਤਾਂ ਉਹ ਕੋੜੀ ਨੇ ਰੁਮਾਲ, ਸਤਿਗੁਰਾਂ ਦੀ ਅਜ਼ਮਤ ਵਾਲਾ ਰੁਮਾਲ, ਸਤਿਗੁਰਾਂ ਦੀ ਰਹਿਮਤਾਂ ਵਾਲਾ ਆਪਣੇ ਤਨ ਦੇ ਉੱਤੇ ਫੇਰਿਆ, ਉਹਦਾ ਕੋੜ ਠੀਕ ਹੋ ਗਿਆ। ਸੋ ਉੱਥੇ ਹੋਰ ਕੀਰਤੀ ਵਧੀ। ਸਤਿਗੁਰ ਤਾਂ ਕੀਰਤੀਆਂ ਤੋਂ ਪਾਰ ਨੇ, ਵੱਡਾ ਨਾ ਹੋਵੇ ਘੱਟ ਨਾ ਜਾਏ ਵਾਲੀ ਖੇਡ ਹੈ, ਪਰ ਅਸੀਂ ਸੰਸਾਰਿਕ ਲੋਕ ਇਵੇਂ ਹੀ ਦੇਖਦੇ ਹਾਂ ਨਾ। ਹੋਰ ਉੱਥੇ ਸਤਿਗੁਰਾਂ ਦੇ ਸ਼ਰਧਾਲੂ ਮਹਿਮਾ, ਹੋਰ ਕੀਰਤੀ, ਹੋਰ ਜਸ ਫੈਲਿਆ। ਉਧਰ ਬਾਬਾ ਰਾਮ ਰਾਏ, ਉਹ ਹੁਣ ਈਰਖਾ ਦੇ ਵਿੱਚ ਸੜਨਾ ਸ਼ੁਰੂ ਹੋ ਗਿਆ। ਉਹਨੇ ਔਰੰਗਜ਼ੇਬ ਨੂੰ ਕਿਹਾ ਵੀ ਇਹ ਜਿਹੜੀ ਗੁਰਤਾ ਗੱਦੀ ਆ ਮੈਨੂੰ ਮਿਲਣੀ ਚਾਹੀਦੀ ਸੀ, ਮੈਂ ਵੱਡਾ ਪੁੱਤਰ ਆ, ਤੈਨੂੰ ਪਤਾ ਮੇਰੇ 'ਚ ਕਿੰਨੀਆਂ ਸ਼ਕਤੀਆਂ ਅਜ਼ਮਤਾਂ ਆ ਮੈਨੂੰ। ਪਰ ਔਰੰਗਜ਼ੇਬ ਇੱਥੇ ਕਹਿੰਦਾ ਵੀ ਨਹੀਂ, ਇਹ ਗੁਰੂ ਘਰ ਦਾ ਮਾਮਲਾ ਸੀ, ਦਖਲ ਨਹੀਂ ਦੇਣਾ। ਪਰ ਬਾਬਾ ਰਾਮ ਰਾਏ ਪਿੱਛੇ ਹੀ ਪੈ ਗਿਆ ਵੀ ਉਹਨਾਂ ਨੂੰ ਬੁਲਾਓ, ਕਿਸੇ ਤਰ੍ਹਾਂ ਦਿੱਲੀ ਬੁਲਾਓ। ਤੋ ਨਾਲ ਫਿਰ ਇੱਕ ਚਲਾਕੀ ਖੇਡੀ, ਕਿਹਾ ਉਹ ਛੋਟੇ ਮੇਰੇ ਭਰਾ ਵਿੱਚ ਤਾਂ ਮੇਰੇ ਨਾਲੋਂ ਵੀ ਜ਼ਿਆਦਾ ਅਜ਼ਮਤਾਂ ਨੇ। ਪਤਾ ਸੀ ਵੀ ਉਹ ਅਗਰ ਨਹੀਂ ਦਿਖਾਣਗੇ ਤੇ ਇਹ ਔਰੰਗਜ਼ੇਬ ਜਿਹੜਾ ਟੰਗ ਦੇਗਾ। ਅਗਰ
ਜਿਹੜਾ ਕੁਛ ਦਿਖਾਉਂਦੇ ਨੇ ਆ ਕੇ ਵੀ ਅਜ਼ਮਤਾਂ, ਤਾਂ ਫਿਰ ਮੈਂ ਇਹ ਪ੍ਰਚਾਰ ਕਰ ਦੂੰਗਾ ਵੀ ਦੇਖੋ ਮੈਂ ਅਜ਼ਮਤਾਂ ਦਿਖਾਈਆਂ ਤਾਂ ਮੈਨੂੰ ਮਹਾਰਾਜ ਨੇ ਮੱਥੇ ਨਹੀਂ ਲਾਇਆ। ਤੇ ਇਵੇਂ ਮਤਲਬ ਕਿਵੇਂ ਵੀ ਜਿਹੜੀਆਂ ਉਹ ਚਲਾਕੀਆਂ ਵਰਤ ਰਿਹਾ ਬਾਬਾ ਰਾਮ ਰਾਏ। ਸੋ ਔਰੰਗਜ਼ੇਬ ਪਹਿਲਾਂ ਤਾਂ ਸ਼ਾਂਤ ਰਿਹਾ, ਪਰ ਫਿਰ ਕੁਝ ਸਮੇਂ ਬਾਅਦ ਉਹਨੇ ਫਿਰ ਰਾਜਾ ਜੈ ਸਿੰਘ ਨੂੰ, ਜਿਹੜਾ ਰਾਜਪੂਤ ਰਾਜਾ ਹੈ, ਉਹਨੂੰ ਭੇਜਿਆ ਕਿ ਤੂੰ ਬੜਾ ਸ਼ਰਧਾਲੂ ਹੈ ਗੁਰੂ ਨਾਨਕ ਦੇ ਘਰ ਦਾ, ਤੂੰ ਕਿਸੇ ਵੀ ਤਰ੍ਹਾਂ ਜਿਹੜਾ ਹੈ 8ਵੇਂ ਪਾਤਸ਼ਾਹ ਨੂੰ ਇੱਥੇ ਦਿੱਲੀ ਬੁਲਾ। ਔਰ ਇਹ ਰਾਜਾ ਜੈ ਸਿੰਘ ਇਹ ਸੱਚੀ ਮੁੱਚੀ ਸ਼ਰਧਾਲੂ ਸੀ। ਇਹਨੇ ਫਿਰ ਆਪਣੇ 50 ਘੋੜਸਵਾਰ ਔਰ ਇੱਕ ਪਾਲਕੀ ਬੜੇ ਸਤਿਕਾਰ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉੱਥੇ ਭੇਜੇ। ਬੇਨਤੀ ਕੀਤੀ ਆ ਕੇ ਉਹਦਾ ਦੀਵਾਨ ਜਿਹੜਾ ਆਇਆ, ਉਹਦਾ ਪਰਸਰਾਮ ਨਾਮ ਆਇਆ ਇਤਿਹਾਸ ਦੇ ਵਿੱਚ। ਪਰਸਰਾਮ ਦੀਵਾਨ ਜਿਹੜਾ 50 ਘੋੜਸਵਾਰ ਲੈ ਕੇ ਤੇ ਪਾਲਕੀ ਲੈ ਕੇ ਆਇਆ, ਸਤਿਗੁਰਾਂ ਦੀ ਬੇਨਤੀ ਕੀਤੀ ਵੀ ਰਾਜਾ ਜੈ ਸਿੰਘ ਨੇ ਤੁਹਾਨੂੰ ਬੜੇ ਪ੍ਰੇਮ ਨਾਲ ਬੁਲਾਇਆ, ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਨੇ, ਦਿੱਲੀ ਦੀ ਸੰਗਤ ਨੂੰ ਵੀ ਆ ਕੇ ਤੁਸੀਂ ਤਾਰੋ, ਉੱਥੇ ਦੀਆਂ ਸੰਗਤਾਂ ਵੀ ਤੁਹਾਡੇ ਦਰਸ਼ਨ ਨੂੰ ਲੋਚਦੀਆਂ ਨੇ। ਸੋ ਭਾਵਨਾ ਦੇ ਨਾਲ ਆਇਆ। ਉੱਥੇ ਫਿਰ ਸਿੱਖ ਇਕੱਠੇ ਹੋਏ, ਸਲਾਹਾਂ ਹੋਈਆਂ। ਸਿੱਖ ਚਾਹੁੰਦੇ ਨੇ ਕਿ ਮਹਾਰਾਜ ਜੀ ਤੁਸੀਂ ਨਾ ਜਾਓ। ਮਹਾਰਾਜ ਨੇ ਕਿਹਾ ਅਸੀਂ ਉਹਨੂੰ ਤਾਂ ਦਰਸ਼ਨ ਨਹੀਂ ਦੇਣੇ, ਔਰੰਗਜ਼ੇਬ ਨੂੰ, ਕਿਉਂਕਿ ਪਿਤਾ ਸਤਿਗੁਰ ਦਾ ਹੁਕਮ ਹੈ, ਉਹਨੂੰ ਦਰਸ਼ਨ ਨਹੀਂ ਦੇਣੇ। ਪਰ ਇੱਥੇ ਸ਼ਰਧਾ ਭਾਵਨਾ ਨਾਲ ਸੁਨੇਹਾ ਹੈ। ਸੋ ਇਹ ਸੰਗਤਾਂ ਦੀ ਸ਼ਰਧਾ, ਰਾਜੇ ਦੀ ਸ਼ਰਧਾ, ਇਹਨੂੰ ਤਾਂ ਫਿਰ ਅਸੀਂ ਮੰਨਣਾ ਆ। ਫਿਰ ਸਤਿਗੁਰ ਚੱਲੇ ਤਾਂ ਕਿਉਂਕਿ ਹੁਣ ਸਤਿਗੁਰਾਂ ਨੂੰ ਪ੍ਰੇਮ ਇਤਨੇ ਸਿੱਖ ਸੰਗਤਾਂ ਕਰਦੀਆਂ ਨੇ, ਬਹੁਤ ਸਾਰੇ ਸਿੱਖ ਸੰਗਤਾਂ ਵਹੀਰਾਂ ਕੱਤੀ ਸਤਿਗੁਰਾਂ ਦੇ ਨਾਲ ਨਾਲ। ਕੀਰਤਪੁਰ ਸਾਹਿਬ ਤੋਂ ਦਿੱਲੀ ਦਾ ਜਿਹੜਾ ਸਫ਼ਰ ਹੈ 180 ਮੀਲ ਹੈ। ਸਤਿਗੁਰ ਜੀ ਰਸਤੇ ਵਿੱਚ ਪੜਾਓ ਕਰਦਿਆਂ ਕਰਦਿਆਂ ਜਿਹੜਾ ਹੈ ਸਿੱਖੀ ਦਾ ਪ੍ਰਚਾਰ, ਗੁਰਮਤਿ ਦਾ ਪ੍ਰਚਾਰ ਕਰਦਿਆਂ, ਪਰਮਾਤਮਾ ਨਾਲ ਜੋੜਦਿਆਂ ਦਿੱਲੀ ਵੱਲ ਨੂੰ ਜਾ ਰਹੇ ਨੇ। ਰਸਤੇ ਵਿੱਚ ਪੰਜੋਖੜੇ ਰੁਕੇ ਨੇ, ਉਸ ਤੋਂ ਬਾਅਦ ਥਾਨੇਸਰ, ਔਰ ਪੰਜੋਖੜੇ ਪਹੁੰਚ ਕੇ ਗੁਰੂ ਮਹਾਰਾਜ ਜੀ ਨੇ ਬਹੁਤ ਸਾਰੇ ਸਿੱਖਾਂ ਨੂੰ ਘਰੋਂ ਘਰੀ ਭੇਜ ਦਿੱਤਾ ਸੀ। ਕਿਹਾ ਤੁਸੀਂ ਆਪਣੇ ਘਰੋਂ ਘਰੀ ਜਾਓ, ਸੋ ਆਪਣੇ ਪਰਿਵਾਰਾਂ ਵਿੱਚ ਰਹੋ ਸੁੱਖ ਸ਼ਾਂਤੀ ਨਾਲ, ਸੋ ਗੁਰਮਤਿ ਦੇ ਨਾਲ, ਬਾਣੀ ਦੇ ਨਾਲ ਤੁਸੀਂ ਜੁੜੋ। ਤੇ ਕੁਝ ਸਿੱਖਾਂ ਨੂੰ ਮਹਾਰਾਜ ਨੇ ਕੁਝ ਡਿਊਟੀ ਸਮਝਾ ਕੇ ਵੀ ਇਵੇਂ ਸਾਰਾ ਪਿੱਛੋਂ ਪ੍ਰਬੰਧ ਰੱਖਣਾ, ਇਵੇਂ ਭੇਜਿਆ। ਕੁਝ ਸਿੱਖ ਜਿਹੜੇ ਉੱਥੇ ਰੁਕੇ। ਥਾਨੇਸਰ ਤੋਂ ਫਿਰ ਗੁਰੂ ਮਹਾਰਾਜ ਜੀ ਕੁਰੂਕਸ਼ੇਤਰ ਗਏ। ਉਦੋਂ 7 ਸਾਲਾਂ ਦਾ ਮਹਾਰਾਜ ਦਾ ਸਰੀਰ ਹੈ। ਕੁਰੂਕਸ਼ੇਤਰ ਜਿਹੜਾ ਹੈ ਉਹ ਬੜਾ ਹਿੰਦੂਆਂ ਦਾ ਇੱਕ ਤੀਰਥ ਸਥਾਨ ਮੰਨਿਆ ਗਿਆ ਹੈ। ਸੋ ਉੱਥੇ ਬਹੁਤ ਜਿਹੜੇ ਹਿੰਦੂ ਲੋਕ ਤੀਰਥ ਦੇ ਉੱਤੇ ਆਏ ਹੋਏ ਨੇ। ਸੋ ਗੁਰੂ ਮਹਾਰਾਜ ਨੇ ਜਾਣ ਕੇ ਰੱਖਿਆ ਵੀ ਉੱਥੇ ਵੀ ਇਹਨਾਂ ਨੂੰ ਜਿਹੜਾ ਕੋਈ ਵਹਿਮ ਭਰਮ ਜਿਹੜੇ ਨੇ ਉਹ ਦੂਰ ਕੀਤੇ ਜਾਣ। ਉੱਥੇ ਫਿਰ 7 ਸਾਲ ਦੇ ਨੇ ਸਤਿਗੁਰੂ ਜੀ, ਤੋਂ ਗੁਰਮਤਿ ਦਾ ਪ੍ਰਚਾਰ ਉਪਦੇਸ਼ ਦੇ ਰਹੇ ਨੇ, ਤਾਂ ਬਹੁਤ ਸੰਗਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਆ ਰਹੀਆਂ ਨੇ। ਸਿੱਖ ਵੀ ਵਹੀਰਾਂ ਕੱਤੀ ਸਤਿਗੁਰਾਂ ਦੇ ਚਰਨਾਂ ਵਿੱਚ ਆ ਰਹੇ ਨੇ। ਉੱਥੇ ਇੱਕ ਪੰਡਤ ਲਾਲ ਜੀ ਹੈ, ਬੜਾ ਵਿਦਵਾਨ ਹੈ ਪੰਡਤ। ਸੋ ਉਹਨੇ ਦੇਖਿਆ ਵੀ ਸਿੱਖ ਜਾਂ ਹੋਰ ਸੰਗਤਾਂ ਬੜੀਆਂ ਵਹੀਰਾਂ ਕੱਤੀ ਜਾ ਰਹੀਆਂ ਨੇ। ਪੁੱਛਿਆ, ਸਿੱਖਾਂ ਨੂੰ ਪੁੱਛਿਆ ਵੀ ਕਿੱਧਰ ਜਾ ਰਹੇ ਹੋ? ਸਿੱਖਾਂ ਨੇ ਕਿਹਾ ਸਾਡੇ ਸਤਿਗੁਰੂ ਜੀ ਆਏ ਨੇ, ਅਸੀਂ ਉਹਨਾਂ ਦੇ ਦਰਸ਼ਨ ਕਰਨ ਜਾ ਰਹੇ ਹਾਂ, ਉਹਨਾਂ ਦੇ ਉਪਦੇਸ਼ ਸੁਣਨ ਜਾ ਰਹੇ ਹਾਂ। ਕਿਹਾ ਸਤਿਗੁਰੂ ਜੀ ਤੁਹਾਡੇ? ਤਾਂ ਬੜੀ ਉਹਨੇ ਭਾਵਨਾ ਦੇ ਨਾਲ ਪੁੱਛਿਆ, ਅੱਛਾ ਤੇ ਕਿੰਨੇ ਸਾਲਾਂ ਦੇ ਨੇ? ਸਿੱਖਾਂ ਨੇ ਕਿਹਾ ਜੀ ਉਹ 7 ਸਾਲਾਂ ਦੇ ਨੇ। ਕਹਿੰਦੇ 7 ਸਾਲਾਂ ਦਾ ਵੀ ਗੁਰੂ ਹੋ ਸਕਦਾ? ਭੋਲਿਓ ਸਿੱਖੋ। ਸਿੱਖਾਂ ਨੇ ਕਿਹਾ ਉਹ ਤਾਂ 5.25 ਸਾਲ ਦੇ ਸੀ ਜਦੋਂ ਉਹਨਾਂ ਵਿੱਚ ਜੋਤ ਪ੍ਰਵੇਸ਼ ਕਰ ਗਈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ। 7 ਸਾਲਾਂ ਦੇ ਤਾਂ ਹੁਣ ਨੇ। ਤਾਂ ਉਹ ਕਹਿੰਦਾ ਐਵੇਂ ਨਾ ਪਿੱਛੇ ਲੱਗੋ, ਬਾਲਕ ਨੂੰ ਕਿਵੇਂ ਗਿਆਨ ਹੋ ਸਕਦਾ? ਸਿੱਖਾਂ ਨੇ ਕਿਹਾ ਸਾਨੂੰ ਨਹੀਂ ਪਤਾ, ਸਾਡੇ ਤਾਂ ਸਤਿਗੁਰ ਨੇ, ਸਾਨੂੰ ਤਾਂ ਦਰਸ਼ਨ ਕਰਕੇ ਠੰਡ ਪੈਂਦੀ ਹੈ, ਸਾਡਾ ਤਾਂ ਕਲਿਆਣ ਸਾਡੇ ਸਤਿਗੁਰ ਜੀ ਕਰਨਗੇ। ਤਾਂ ਉਹ ਸਿੱਖ ਕਹਿੰਦੇ ਨੇ ਜੇ ਤੁਹਾਨੂੰ ਕੋਈ ਸ਼ੰਕਾ ਤੁਸੀਂ ਵੀ ਚੱਲੋ, ਆਪਣੀ ਸ਼ੰਕਾ ਦੂਰ ਕਰ ਲਿਓ। ਤਾਂ ਪੰਡਤ ਲਾਲ ਜੀ ਨੇ ਕਿਹਾ ਮੈਂ ਜਾਂਦਾ। ਸੋ ਪੰਡਤ ਲਾਲ ਜੀ ਵੀ ਪਹੁੰਚੇ ਉੱਥੇ। ਜਾ ਕੇ ਥੋੜੇ ਆਪਣੇ ਉਹਦੇ ਵਿੱਚ ਨੇ ਵੀ, ਕਿਉਂਕਿ ਮਨ ਵਿੱਚ ਹੁਣ ਭੁਲੇਖਾ ਵੀ ਇਹ 5 ਸਾਲ ਦਾ ਬਾਲਕ ਵਿੱਚ ਕਹਿੰਦੇ ਜੋਤ ਪ੍ਰਵੇਸ਼ ਕਰ ਗਈ, ਹੋ ਹੀ ਨਹੀਂ ਸਕਦਾ। ਤੋ ਸਤਿਗੁਰਾਂ ਨੂੰ ਜਾ ਕੇ ਪੰਡਤ ਲਾਲ ਜੀ ਬੜੇ ਰੋਹ ਵਿੱਚ ਕਹਿੰਦੇ ਨੇ, ਆਪਣਾ ਨਾਮ ਐਡਾ ਵੱਡਾ ਲਿਖਾ ਲਿਆ ਤੁਸੀਂ, ਸ਼੍ਰੀ ਹਰਿਕ੍ਰਿਸ਼ਨ ਸਾਹਿਬ ਜੀ, ਐਡਾ ਵੱਡਾ ਨਾਮ। ਤੇ ਕ੍ਰਿਸ਼ਨ ਭਗਵਾਨ ਨੇ ਤਾਂ ਗੀਤਾ ਰਚੀ ਸੀ, ਤੁਸੀਂ ਜਰਾ ਗੀਤਾ ਦੇ ਅਰਥ ਕਰਕੇ ਦੱਸ ਦਿਓ। ਵਾਲਾ ਪ੍ਰੀਤਮ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਹਾ, ਪੰਡਤ ਜੀ ਬੜੇ ਮਹਾਰਾਜ ਜੀ ਪਿਆਰ ਨਾਲ ਬੋਲੇ, ਪੰਡਤ ਜੀ ਗੀਤਾ ਦੇ ਅਰਥ ਅਗਰ ਅਸੀਂ ਕਰ ਦਿੱਤੇ ਨਾ, ਫਿਰ ਤੁਸੀਂ ਕਹਿਣਾ ਵੀ ਗੁਰੂ ਦੇ ਪੁੱਤਰ ਨੇ, ਸਿੱਖ ਲਿਆ ਹੋਵੇਗਾ ਬਚਪਨ ਦੇ ਵਿੱਚ। ਤੁਸੀਂ ਸਾਡੀ ਗੱਲ ਛੱਡੋ, ਇਹ ਤਾਂ ਗੁਰੂ ਨਾਨਕ ਦੇ ਘਰ ਦੀ ਐਸੀ ਰਹਿਮਤ ਹੈ, ਤੁਸੀਂ ਕਿਸੇ ਨੂੰ ਬੁਲਾਓ ਉਹ ਗੀਤਾ ਦੇ ਅਰਥ ਕਰ ਦੇਵੇ।
ਹੁਣ ਪੰਡਿਤ ਲਾਲ ਨੂੰ ਹੋਰ ਲੱਗਿਆ ਵੀ ਇਹ 7 ਸਾਲ ਦੇ ਬਾਲਕ ਨੇ ਐਡੀ ਵੱਡੀ ਗੱਲ ਕਹਿ ਦਿੱਤੀ, ਬਿਲਕੁਲ ਬਾਲਪਨ ਹੈ, ਐਡੀ ਵੱਡੀ ਗੱਲ ਕਿਵੇਂ ਕਹਿ ਦਿੱਤੀ। ਸੋ ਪੰਡਿਤ ਲਾਲ ਵੀ ਮੈਂ ਸਾਰੇ ਹੁਣ ਲੋਕਾਂ ਦੇ ਸਾਹਮਣੇ ਸੰਗਤ ਦੇ ਸਾਹਮਣੇ ਇਹਨਾਂ ਦਾ ਪਰਦਾ ਜਿਹੜਾ ਫਾਸ਼ ਕਰਾਂ ਵੀ ਕੋਈ ਵੀ ਕਿਵੇਂ ਅਰਥ ਕਰੇਗਾ ਵੀ ਗੀਤਾ ਦੇ ਅਰਥ ਕਰਨੇ ਕਿਤੇ ਸੌਖੇ ਨੇ, ਉਹ ਵੀ ਸੰਸਕ੍ਰਿਤ ਦੇ ਸ਼ਲੋਕਾਂ ਵਿੱਚ। ਗੀਤਾ ਜਿਹੜੀ ਅੱਜ ਤਾਂ ਕਿੰਨੀਆਂ ਲੈਂਗੁਏਜ ਵਿੱਚ ਉਹਦਾ ਜ਼ਿਕਰ ਹੋ ਗਿਆ, ਪਰ ਉਹਦਾ ਸੰਸਕ੍ਰਿਤ ਦੇ ਸ਼ਲੋਕ ਸੀ। ਗੀਤਾ ਦੇ ਅਰਥ ਕਿਵੇਂ ਕੋਈ ਕਰ ਦੇਵੇਗਾ, ਕਿਉਂਕਿ ਸੰਸਕ੍ਰਿਤ ਹਰ ਕੋਈ ਪੜ੍ਹਿਆ ਨਹੀਂ ਸੀ ਹੁੰਦਾ। ਸੋ ਪੰਡਤ ਜੀ ਗਏ ਨੇ, ਜਾ ਕੇ ਉੱਥੇ ਛੱਜੂ ਚੀਵਰ ਦਾ ਜ਼ਿਕਰ ਆਉਂਦਾ ਹੈ। ਚੀਵਰ ਮਤਲਬ ਜਿਹਨੂੰ ਲੋਕ ਨੀਵੀਂ ਜਾਤੀ ਸਮਝਦੇ ਸਨ, ਤੇ ਉਹ ਲੋਕਾਂ ਦੇ ਪਾਣੀ ਭਰਦਾ ਸੀ ਖੂਹ ਤੋਂ, ਲੋਕਾਂ ਦੇ ਘਰੇ ਜਾ ਕੇ ਭਰਨਾ। ਔਰ ਅਨਪੜ੍ਹ ਹੈ, ਗੂੰਗਾ ਹੈ, ਬੋਲਾ ਹੈ। ਪੰਡਿਤ ਨੇ ਕਿਹਾ ਵੀ ਇਹਨੂੰ ਲੈ ਕੇ ਜਾਣਾ, ਜਦ ਐਡੀ ਵੱਡੀ ਗੱਲ ਕਹਿ ਦਿੱਤੀ ਤਾਂ ਗੁਰੂ ਨਾਨਕ ਦੇ ਘਰ ਦੀ ਅਜ਼ਮਤ ਹੈ, ਜਿਹੜਾ ਵੀ ਅਰਥ ਕਰ ਸਕਦਾ ਹੈ। ਲੈ ਕੇ ਗਏ ਪੰਡਿਤ ਜੀ। ਸੋ ਇਸ਼ਨਾਨ ਕਰਵਾ ਕੇ ਸਾਫ ਸੁਥਰੇ ਵਸਤਰ ਪਹਿਨਾ ਕੇ ਉੱਥੇ ਮਹਾਰਾਜ ਜੀ ਦੇ ਅੱਗੇ ਪੇਸ਼ ਕੀਤਾ ਗਿਆ ਪੰਡਿਤ ਜੀ ਨੂੰ, ਛੱਜੂ ਚੀਵਰ ਜੀ ਨੂੰ। ਤੋ ਸਤਿਗੁਰਾਂ ਨੇ ਕਿਹਾ ਵੀ ਪੰਡਿਤ ਜੀ ਠੀਕ ਹੈ, ਤੁਸੀਂ ਇਹਨਾਂ ਨੂੰ ਸਵਾਲ ਕਰੋ, ਜੋ ਵੀ ਤੁਸੀਂ ਪੁੱਛਣਾ ਹੈ ਗੀਤਾ ਦੇ ਵਿੱਚੋਂ, ਇਹ ਅਰਥ ਕਰਨ। ਪੰਡਿਤ ਜੀ ਮੁਸਕਰਾ ਰਹੇ ਨੇ। ਤੋ 8ਵੇਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਪੰਡਿਤ ਲਾਲ ਜੀ ਦੇ ਸੀਸ ਦੇ ਉੱਤੇ ਆਪਣੀ ਛੜੀ ਰੱਖ ਦਿੱਤੀ। ਮਹਾਰਾਜ ਜੀ ਕੋਲ ਸੋਟੀ ਇੱਕ ਰੱਖਦੇ ਸਨ, ਉਹ ਛੜੀ, ਉਹ ਛਟੀ ਵੀ ਕਹਿੰਦੇ ਨੇ, ਉਹ ਰੱਖ ਦਿੱਤੀ ਉੱਤੇ। ਔਰ ਛੱਜੂ ਚੀਵਰ ਨੂੰ ਕਿਹਾ ਤੁਸੀਂ ਅਰਥ ਕਰੋ। ਸੋ ਜਿਉਂ ਪੰਡਿਤ ਲਾਲ ਜੀ ਸ਼ਲੋਕ ਉਚਾਰਨ ਕਰ ਰਹੇ ਨੇ ਸੰਸਕ੍ਰਿਤ ਦਾ ਸ਼ਲੋਕ, ਉਹ ਜਿਹੜਾ ਹੈ ਛੱਜੂ ਚੀਵਰ ਜੀ ਵਿਦਵਾਨ ਲਿਖਦੇ ਨੇ, ਪੰਡਿਤ ਜੀ ਸ਼ਲੋਕ ਉਚਾਰਨ ਕਰੀ ਜਾ ਰਹੇ ਨੇ। ਕਿਸੇ ਸ਼ਲੋਕ ਦੇ 11 ਅਰਥ, ਕਿਸੇ ਦੇ 18 ਅਰਥ, ਕਿਸੇ ਦੇ 22 ਅਰਥ ਤੱਕ ਕਰਕੇ ਰੱਖ ਦਿੱਤੇ। ਔਰ ਉਹ ਇਸ ਲੈਵਲ ਦੇ ਅਰਥ ਕਰ ਦਿੱਤੇ ਜਿਹੜੇ ਪੰਡਿਤ ਜੀ ਨੂੰ ਖੁਦ ਵੀ ਨਹੀਂ ਸੀ ਪਤਾ। ਹੁਣ ਪੰਡਿਤ ਜੀ ਨੇ 8ਵੇਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਨਵਾ ਦਿੱਤਾ। ਮਹਾਰਾਜ ਜੀ ਮੇਰੀ ਬੜੀ ਵੱਡੀ ਭੁੱਲ ਹੈ, ਇਹ ਤਾਂ ਗੁਰੂ ਨਾਨਕ ਦੇ ਘਰ ਦੀ ਤੁਹਾਡੇ ਵਿੱਚ ਇੰਨੀ ਅਜ਼ਮਤ ਹੈ, ਇੰਨੀ ਵਿਦਿਆ ਪੜ੍ਹ ਕੇ ਵੀ ਮੈਨੂੰ ਸਮਝ ਨਹੀਂ ਹੈ, ਅਨਪੜ੍ਹ ਗੂੰਗਾ ਬੋਲਾ ਮਹਾਰਾਜ ਜੀ, ਜਿਹਨੂੰ ਅਸੀਂ ਸ਼ੁੱਧਰ ਨੀਵੀਂ ਜਾਤੀ ਕਰਕੇ ਨੇੜੇ ਵੀ ਨਹੀਂ ਲੱਗਦੇ ਮਹਾਰਾਜ ਜੀ, ਇਹ ਅੱਜ ਮੇਰੇ ਸਾਹਮਣੇ ਬੈਠ ਕੇ ਮੇਰੇ ਤੋਂ ਵੀ ਵੱਡਾ ਤੁਸੀਂ ਵਿਦਵਾਨ ਬਣਾ ਕੇ ਰੱਖ ਦਿੱਤਾ। ਮਹਾਰਾਜ ਜੀ ਮੈਨੂੰ ਆਪਣਾ ਸਿੱਖ ਬਣਾਓ। ਸੋ ਪੰਡਿਤ ਲਾਲ ਜੀ ਸਤਿਗੁਰਾਂ ਦੇ ਸਿੱਖ ਬਣੇ, ਸਤਿਗੁਰਾਂ ਦੀ ਚਰਨ ਪਹੁਲ ਮਿਲੀ, ਸਿੱਖੀ ਕਮਾਈ ਸਾਰਾ ਜੀਵਨ। ਔਰ 1699 ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਖਾਲਸਾ ਪੰਥ ਦੀ ਸਿਰਜਣਾ ਕੀਤੀ, ਇਹ ਪੰਡਿਤ ਲਾਲ ਜੀ ਨੇ ਵੀ ਅੰਮ੍ਰਿਤ ਛਕਿਆ, ਖਾਲਸਾ ਪੰਥ ਵਿੱਚ ਸ਼ਾਮਿਲ ਹੋਏ। ਇੱਥੇ ਹੀ ਬਸ ਨਹੀਂ ਸੰਗਤ ਜੀ, ਇੰਨਾ ਬਾਣੀ ਰੂਪ ਜੀਵਨ ਹੋ ਗਿਆ ਸੀ, ਇੰਨਾ ਸੰਤ ਸਿਪਾਹੀ ਵਾਲਾ ਜੀਵਨ ਹੋ ਗਿਆ ਸੀ, ਇੰਨਾ ਖਾਲਸਾਈ ਜੀਵਨ ਹੋ ਗਿਆ ਸੀ। ਚਮਕੌਰ ਦੀ ਗੜੀ ਦੇ ਵਿੱਚ ਇਹ ਲਾਲ ਸਿੰਘ ਜੀ ਜਦੋਂ ਅੰਮ੍ਰਿਤ ਛਕ ਕੇ ਪੰਡਿਤ ਲਾਲ ਤੋਂ ਲਾਲ ਸਿੰਘ ਜੀ ਸਜੇ, ਤੋਂ ਜਿਹੜੇ ਚਮਕੌਰ ਦੀ ਗੜੀ ਵਿੱਚ ਜਿਹੜੇ 40 ਅਸੀਂ ਕਹਿੰਦੇ ਹਾਂ ਸ਼ਹੀਦੀਆਂ ਹੋਈਆਂ ਸਿੱਖਾਂ ਦੀਆਂ, ਇਹ ਲਾਲ ਸਿੰਘ ਜੀ ਵੀ ਉਹਨਾਂ ਵਿੱਚ ਸ਼ਾਮਲ ਨੇ। ਸੋ ਇਹ ਪ੍ਰੇਮ ਹੈ। ਪ੍ਰੇਮ ਕਿੱਥੇ ਲੈ ਜਾਂਦਾ ਹੈ? ਜਦੋਂ ਗੁਰੂ ਦੇ ਨਾਲ ਪ੍ਰੇਮ ਹੁੰਦਾ, ਅੰਦਰ ਵਿਸ਼ਵਾਸ ਹੁੰਦੀ, ਸ਼ਰਧਾ ਹੁੰਦੀ ਹੈ, ਫਿਰ ਨਹੀਂ ਬੰਦਾ ਸੋਚਦਾ ਮੈਂ ਹਾਂ ਮੈਂ ਹਾਂ। ਫਿਰ ਉਹ ਗੁਰੂ ਦੇ ਚਰਨਾਂ ਨਾਲ ਜੁੜ ਕੇ, ਗੁਰੂ ਦੇ ਬਚਨ ਕਮਾ ਕੇ, ਜਨਮਾਂ ਦੀਆਂ ਗੁਰੂ ਮੈਲਾਂ, ਹਉਮੈ ਦੇ ਸਾਡੀਆਂ ਮੈਲਾਂ, ਸਾਡੇ ਕਿੰਨੇ ਰੋਗ ਕੱਟ ਕੇ ਮਹਾਰਾਜ ਜੀ ਫਿਰ ਆਪਣੇ ਵਿੱਚ ਭੇਦ ਕਰ ਲੈਂਦੇ ਨੇ, ਮੁਕਤ ਅਵਸਥਾ ਬਖਸ਼ ਦਿੰਦੇ ਨੇ ਗੁਰੂ ਮਹਾਰਾਜ ਜੀ। ਸੋ ਇੱਥੋਂ ਮਹਾਰਾਜ ਜੀ ਫਿਰ ਦਿੱਲੀ ਗਏ ਨੇ। ਦਿੱਲੀ ਵੀ ਉਹ ਔਰੰਗਜ਼ੇਬ ਨੇ ਕਿਹਾ ਸੀ ਪਰਖ ਕਰਨੀ ਹੈ ਵੀ ਹੈ ਐਡੀ ਜੋਤ, ਜਿਹਦੀ ਗੱਲ ਕੀਤੀ ਵੀ ਗੁਰੂ ਨਾਨਕ ਦੀ ਜੋਤ 5.25 ਸਾਲ ਦੇ ਬਾਲਕ ਦੇ ਵਿੱਚ ਹੈ। ਤੋ ਰਾਜਾ ਜੈ ਸਿੰਘ ਦੇ ਮਹਿਲਾਂ ਵਿੱਚ ਜਦੋਂ ਪਹੁੰਚਦੇ ਨੇ, ਉਹ ਬੜਾ ਸਵਾਗਤ ਕਰਦਾ ਪ੍ਰੇਮ ਨਾਲ, ਭਾਵਨਾ ਦੇ ਨਾਲ। ਸੋ ਉਹਨਾਂ ਦੀ ਸਕੀਮ ਹੈ, ਜੋ ਰਾਜੇ ਦੀ ਰਾਣੀ ਹੈ ਉਹ ਆਪ ਗੋਲੀ ਵਾਲੇ ਮਤਲਬ ਨੌਕਰਾਣੀ ਵਾਲੇ ਕੱਪੜੇ ਪਹਿਨ ਲੈਂਦੀ ਹੈ, ਤੋ ਆਪਣੀ ਇੱਕ ਗੋਲੀ ਨੂੰ ਰਾਣੀ ਵਾਲੇ ਕੱਪੜੇ ਪਹਿਨਾ ਦਿੰਦੀ ਹੈ। ਤੋ ਮਹਾਰਾਜ ਜੀ ਜਦੋਂ ਸਾਰੇ ਮੱਥਾ ਟੇਕਦੇ ਦਰਸ਼ਨ ਕਰਨ ਆਉਂਦੇ ਨੇ ਗੁਰੂ ਮਹਾਰਾਜ ਦੇ, ਤਾਂ ਗੁਰੂ ਮਹਾਰਾਜ ਜੀ ਆਪਣੀ ਸੋਟੀ ਰੱਖ ਕੇ ਉਹਨੂੰ ਕਹਿੰਦੇ ਨੇ ਵੀ ਆ ਵੀ ਗੋਲੀ, ਆ ਵੀ ਗੋਲੀ, ਆ ਵੀ ਗੋਲੀ। ਇੱਕ ਹੋਰ ਗੋਲੀ ਦੇ ਸੀਸ ਦੇ ਉੱਤੇ ਆਪਣੀ ਛਟੀ ਰੱਖ ਕੇ ਕਹਿੰਦੇ ਨੇ ਆ ਰਾਣੀ, ਜਦ ਕਿ ਉਹਨੇ ਨੌਕਰਾਣੀਆਂ ਵਾਲੇ ਕੱਪੜੇ ਪਹਿਨੇ ਹੋਏ ਸੀਗੇ। ਤਾਂ ਉੱਥੇ ਮਹਾਰਾਜ ਜੀ ਕਹਿੰਦੇ ਨੇ ਫਿਰ ਗੁਰੂਆਂ ਪੀਰਾਂ ਦੇ ਨਾਲ ਦੀ ਪਰਖ ਨਹੀਂ ਕਰੀਦੀ ਹੁੰਦੀ, ਜਦੋਂ ਫਿਰ ਗੁਰੂ ਪਰਖ ਕਰਨ ਤੇ ਆ ਜਾਵੇ ਫਿਰ ਪਰਚੇ ਜਿਹੜੇ ਕੱਟਣੇ ਬੜੇ ਔਖੇ ਪੈ ਜਾਂਦੇ ਨੇ। ਉੱਥੇ ਰਾਜਾ ਰਾਣੀ ਨੇ ਦੋਨਾਂ ਨੇ ਮਹਾਰਾਜ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ, ਮਹਾਰਾਜ ਜੀ ਸਾਡੀ ਭੁੱਲ ਬਖਸ਼ੋ, ਅਸੀਂ ਤੁਹਾਨੂੰ ਪਰਖਣਾ ਚਾਹੁੰਦੇ ਸੀਗੇ। ਸੋ ਸੇਵਕ ਬਣੇ ਸਤਿਗੁਰਾਂ ਦੇ ਉੱਥੇ ਮਹਾਰਾਜ ਜੀ। ਔਰ ਉੱਧਰ ਔਰੰਗਜ਼ੇਬ ਚਾਹੁੰਦਾ ਕਿ ਮੈਨੂੰ, ਜਦੋਂ ਰਾਜਾ ਜੈ ਸਿੰਘ ਨੇ ਦੱਸਿਆ ਕਿ ਮਹਾਰਾਜ ਜੀ ਉਹ ਤਾਂ ਸੱਚੇ ਗੁਰੂ ਨੇ, ਪਿੱਛੋਂ ਵੀ ਕਿਉਂਕਿ ਉਹਦੇ 50 ਘੋੜਸਵਾਰ ਨਾਲ ਹੀ ਮਹਾਰਾਜ ਦੀ ਰਹਿਮਤ ਦੇਖਦੇ ਆ ਰਹੇ ਨੇ,
ਪੰਡਤ ਲਾਲ ਜੀ ਦਾ ਕਿਵੇਂ ਜੀਵਨ ਬਦਲਿਆ, ਉਹ ਐਡੇ ਵੱਡੇ ਵਿਦਵਾਨ ਨੇ ਤਾਂ ਇੱਕ ਅਨਪੜ੍ਹ ਗੂੰਗੇ ਬੋਲੇ ਨੂੰ ਮਹਾਰਾਜ ਨੇ ਐਡੀਆਂ ਰਹਿਮਤਾਂ ਦੇ ਦਿੱਤੀਆਂ। ਸੋ ਔਰੰਗਜ਼ੇਬ ਦੇ ਦਰਬਾਰ ਵਿੱਚ ਸਤਿਗੁਰਾਂ ਦੀ ਮਹਿਮਾ ਪਹੁੰਚੀ ਹੋਈ ਹੈ। ਉਹ ਕਹਿੰਦਾ ਮੈਂ ਵੀ ਦਰਸ਼ਨ ਕਰਨਾ। ਤੋ ਰਾਜਾ ਜੈ ਸਿੰਘ ਮਹਾਰਾਜ ਨੂੰ ਕਹਿੰਦਾ ਵੀ ਉਹ ਦਰਸ਼ਨ ਕਰਨਾ ਚਾਹੁੰਦਾ। ਗੁਰੂ ਮਹਾਰਾਜ ਨੇ ਦੱਸ ਦਿੱਤਾ ਵੀ ਸਾਡੇ ਪਿਤਾ ਸਤਿਗੁਰ ਦੇ ਵਚਨ ਨੇ ਕਿ ਉਹਨੂੰ ਦਰਸ਼ਨ ਨਹੀਂ ਦੇਣੇ, ਸੋ ਅਸੀਂ ਦਰਸ਼ਨ ਨਹੀਂ ਦੇਣੇ। ਤੋ ਰਾਜਾ ਜੈ ਸਿੰਘ ਤਰੀਕੇ ਨਾਲ ਬੜੀ ਇਹ ਜਿਹੜੇ ਹੁੰਦੇ ਨਾ ਦੋਨੋਂ ਪਾਸੇ ਕਿਉਂਕਿ ਰਾਜੇ ਨਾਲ ਵੀ ਉਹਨੇ ਬਣਾ ਕੇ ਰੱਖਣੀ ਹੈ, ਰਾਜਨੀਤਿਕ ਵੀ ਹੈ ਔਰ ਗੁਰੂ ਦੀ ਵੀ ਜਿਹੜੀ ਹੈ ਟਹਿਲ ਸੇਵਾ ਕਰ ਰਿਹਾ ਭਾਵਨਾ ਦੇ ਨਾਲ ਉਹਨੇ ਬੜੇ ਤਰੀਕੇ ਨਾਲ ਔਰੰਗਜ਼ੇਬ ਨੂੰ ਸਮਝਾ ਦਿੱਤਾ ਵੀ ਉਹਨਾਂ ਨੇ ਦਰਸ਼ਨ ਨਹੀਂ ਦੇਣੇ। ਤੋ ਔਰੰਗਜ਼ੇਬ ਨੇ ਆਪਣੇ ਪੁੱਤਰ ਨੂੰ ਭੇਜਿਆ ਸੀ, ਉਹਦਾ ਪੁੱਤਰ ਆਇਆ ਸੀ ਦਰਸ਼ਨ ਕਰਨ, ਉਹ ਵੀ ਬਾਲ ਸੀਗਾ। ਸੋ ਗੁਰੂ ਮਹਾਰਾਜ ਨੇ ਉਹਦੇ ਪੁੱਤਰ ਨੂੰ ਬੜੀ ਆਪਣੀਆਂ ਅਸੀਸਾਂ ਦਿੱਤੀਆਂ, ਰਹਿਮਤਾਂ ਦਿੱਤੀਆਂ, ਬਾਣੀ ਵਿੱਚੋਂ ਉਪਦੇਸ਼ ਵੀ ਉਹਨੂੰ ਦਿੱਤਾ ਸੀ। ਤੋ ਇੱਥੇ ਗੁਰੂ ਮਹਾਰਾਜ ਜੀ ਸੰਗਤਾਂ ਜਿਹੜੀਆਂ ਨੇ ਬੇਅੰਤ ਦਰਸ਼ਨ ਕਰਨ ਆਉਂਦੀਆਂ ਨੇ। ਇੱਕ ਬਾਲ ਰੂਪ ਵਿੱਚ ਗੁਰੂ ਨੇ, ਗੁਰੂ ਨਾਨਕ ਦੀ ਜੋਤ ਹੈ, ਇੰਨੀਆਂ ਰਹਿਮਤਾਂ ਦੇ ਮਾਲਕ ਨੇ, ਸਤਿਗੁਰਾਂ ਦੇ ਉਪਦੇਸ਼ ਲੈ ਰਹੀਆਂ ਨੇ। ਤੋ ਕਰਦਿਆਂ ਉੱਥੇ ਦਿੱਲੀ ਦੇ ਵਿੱਚ ਜਿਹੜੀ ਹੈ ਚੇਚਕ ਦੀ ਬਿਮਾਰੀ ਫੈਲ ਗਈ। ਉਹ ਲੋਕਾਂ ਦੇ ਉੱਤੇ ਭਿਆਨਕ ਰੋਗ ਜਿਹੜਾ ਦਿੱਲੀ ਵਿੱਚ ਫੈਲਣਾ ਸ਼ੁਰੂ ਹੋ ਗਿਆ। ਲੇਕਿਨ ਸਤਿਗੁਰਾਂ ਦੇ ਜਦੋਂ ਦਰਸ਼ਨ ਜਿਹੜੀਆਂ ਸੰਗਤਾਂ ਕਰਦੀਆਂ ਸਨ, ਰੋਗੀ ਸੰਗਤਾਂ ਆਉਂਦੀਆਂ ਸਨ, ਉਹ ਦਰਸ਼ਨ ਕਰਦੀਆਂ ਠੀਕ ਹੋ ਜਾਂਦੀਆਂ ਸਨ। ਇਹ ਚਾਰੋਂ ਪਾਸੇ ਖਬਰਾਂ ਫੈਲ ਗਈਆਂ ਕਿ ਮਹਾਰਾਜ ਦੇ ਦਰਸ਼ਨ ਕਰਨ ਨਾਲ ਸਾਰੇ ਠੀਕ ਹੋ ਰਹੇ ਨੇ। ਸੋ ਸਾਰੇ ਰੋਗੀ ਉੱਥੇ ਹਰ ਤਰ੍ਹਾਂ ਦੇ ਰੋਗੀ ਆਉਣ ਲੱਗ ਗਏ। ਗੁਰੂ ਮਹਾਰਾਜ ਦੇ ਦਰਸ਼ਨ ਕਰੀ ਜਾ ਰਹੇ ਨੇ, ਸਭ ਠੀਕ ਹੋਈ ਜਾ ਰਹੇ ਨੇ, ਸਭ ਠੀਕ ਹੋਈ ਜਾ ਰਹੇ ਨੇ, ਸਭ ਠੀਕ ਹੋਈ ਜਾ ਰਹੇ ਨੇ। ਤੋ ਇਹ ਫਿਰ ਸਤਿਗੁਰਾਂ ਨੇ ਸਾਰਾ ਕਸ਼ਟ ਜਿਹੜਾ ਉੱਥੇ ਦੀ ਸੰਗਤ ਦਾ ਆਪਣੇ ਉੱਤੇ ਲੈ ਲਿਆ। ਸਤਿਗੁਰਾਂ ਨੇ, ਗੁਰੂ ਮਹਾਰਾਜ ਨੇ ਆਪਣੇ ਉੱਤੇ ਰੋਗ ਸਾਰਾ ਲੈ ਲਿਆ। ਗੁਰੂ ਮਹਾਰਾਜ ਜੀ ਫਿਰ ਇਹ ਰੋਗ ਦੇ ਨਾਲ ਗ੍ਰਸਤ ਹੋਏ। ਤੋ ਸੰਗਤਾਂ ਤਾਂ ਫਿਰ ਵੀ ਆ ਰਹੀਆਂ ਨੇ, ਇੰਨੀਆਂ ਆ ਰਹੀਆਂ ਨੇ। ਫਿਰ ਰਾਜਾ ਜੈ ਸਿੰਘ ਔਰ ਹੋਰ ਸਿੱਖਾਂ ਨੇ ਮਿਲ ਕੇ ਫਿਰ ਇੱਕ ਚਵੱਚਾ ਬਣਾਇਆ ਉੱਥੇ, ਜਿੱਥੇ ਅੱਜ ਸੰਗਤ ਜੀ ਗੁਰਦੁਆਰਾ ਬੰਗਲਾ ਸਾਹਿਬ ਹੈ ਨਾ ਦਿੱਲੀ ਦੇ ਵਿੱਚ, ਇੱਥੇ ਦੀ ਇਹ ਸਾਰੀ ਜਿਹੜੀ ਹੈ ਸਤਿਗੁਰਾਂ ਦੀ ਰਹਿਮਤ ਵਰਸ ਰਹੀ ਹੈ। ਇੱਥੇ ਸਾਰਿਆਂ ਦੇ ਰੋਗੀਆਂ ਦੇ ਰੋਗ ਕੱਟ ਰਹੇ ਨੇ ਮਹਾਰਾਜ। ਉਹਨਾਂ ਨੇ ਫਿਰ ਉੱਥੇ ਕੁਝ ਬੱਚਾ ਬਣਾਇਆ, ਸਤਿਗੁਰਾਂ ਦੇ ਚਰਨ ਧੋ ਕੇ ਉਸ ਵਿੱਚ ਜਲ ਪਾਇਆ ਉਹ ਸਤਿਗੁਰਾਂ ਦੇ ਚਰਨਾਂ ਦਾ। ਤਾਂ ਫਿਰ ਸੰਗਤਾਂ ਇੰਨੀਆਂ ਆ ਰਹੀਆਂ ਨੇ, ਉਹ ਜਲ ਛਕ ਕੇ ਠੀਕ ਹੋ ਰਹੀਆਂ ਨੇ। ਅੱਜ ਵੀ ਆਪ ਜੀ ਬੰਗਲਾ ਸਾਹਿਬ ਜਾਂਦੇ ਹੋ ਤਾਂ ਉੱਥੇ ਅੱਜ ਵੀ ਇਹ ਜਲ ਜਿਹੜਾ ਪ੍ਰਵਾਹ ਚੱਲ ਰਿਹਾ ਹੈ। ਆਪ ਜਿੱਥੇ ਕੜਾਹ ਪ੍ਰਸ਼ਾਦੀ ਦੇਗ ਮਿਲਦੀ ਹੈ ਉੱਥੇ ਸੰਗਤਾਂ ਨੂੰ ਇਹ ਜਲ ਵੀ ਮਿਲਦਾ ਹੈ। ਅਗਰ ਭਾਵ ਹੋਵੇ ਕਿ ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਦਾ ਹੀ ਜਲ ਹੈ, ਸਤਿਗੁਰਾਂ ਦੀ ਰਹਿਮਤ ਦਾ ਹੀ ਜਲ ਹੈ, ਅੱਜ ਵੀ ਉਨਾ ਅਸਰ ਕਰੇਗਾ। ਭਾਵਨਾ, ਸ਼ਰਧਾ ਇਹਦੇ ਵਿੱਚ ਹੀ ਹੈ ਸਾਰਾ ਕੁਝ। ਗੋਬਿੰਦ ਭਾਓ ਭਗਤ ਦਾ ਭੁੱਖਾ, ਜਿਸ ਕੋ ਵਿਸ਼ਵਾਸ ਹੋਵੇ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਸੋ ਇਹ ਰੂਹਾਨੀਅਤ ਵੱਲ ਲੈ ਕੇ ਜਾਣ ਲਈ ਸ਼ਰਧਾ ਔਰ ਭਾਵਨਾ ਇਹ ਬਹੁਤ ਇੱਕ ਤਾਕਤ ਦਿੰਦੀਆਂ ਨੇ, ਇੱਕ ਬਲ ਦਿੰਦੀਆਂ ਨੇ, ਇੱਕ ਮੰਨ ਕੇ ਰੱਖਦੀਆਂ ਨੇ ਆਪਣੇ ਗੁਰੂ ਦੇ ਪ੍ਰਤੀ, ਆਪਣੇ ਇਸ਼ਟ ਦੇ ਪ੍ਰਤੀ। ਆਪਣੀ ਜੋ ਅੰਦਰ ਇੱਕ ਮਾਨਤਾ ਚੱਲ ਰਹੀ ਹੁੰਦੀ, ਮੇਰਾ ਗੁਰੂ ਹੈ, ਐਡਾ ਵੱਡਾ ਗੁਰੂ ਹੈ, ਇਹ ਸ਼ਰਧਾ ਔਰ ਭਾਵਨਾ ਦੋ ਚੀਜ਼ਾਂ ਇਹ ਬੰਨ ਕੇ ਰੱਖਦੀਆਂ ਨੇ, ਇਹ ਹੋਰ ਵਧਾਉਂਦੀਆਂ ਨੇ ਅੰਦਰ, ਹੋਰ ਵਧਾਉਂਦੀਆਂ ਨੇ। ਸੋ ਸੰਗਤਾਂ ਦੇ ਇਵੇਂ ਵੀ ਰੋਗ ਠੀਕ ਹੋ ਰਹੇ ਨੇ। ਹੁਣ ਸਤਿਗੁਰਾਂ ਦੀ ਜਿਹੜੀ ਹੈ ਤਾਪ ਟੈਂਪਰੇਚਰ ਬਹੁਤ ਵੱਧ ਗਿਆ ਹੈ, ਰੋਗ ਕਾਫੀ ਵੱਧ ਗਿਆ ਹੈ ਸਤਿਗੁਰਾਂ ਦੇ ਉੱਤੇ। ਤੋ ਮਹਾਰਾਜ ਜੀ ਨੇ ਇਸ਼ਾਰੇ ਨਾਲ ਸਮਝਾ ਵੀ ਦਿੱਤਾ ਕਿ ਹੁਣ ਆਪਣਾ ਜਿਹੜਾ ਚੋਲਾ ਅਸੀਂ ਇਹ ਤਿਆਗ ਦੇਣਾ ਹੈ। ਤਾਂ ਫਿਰ ਉੱਥੇ ਜਿਹੜੇ ਸਿੱਖ ਨਾਲ ਸਨ ਉਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਅੱਜ ਤੱਕ ਤਾਂ ਗੁਰੂ ਨਾਨਕ ਦੇ ਘਰ ਵਿੱਚ ਇਹ ਮਰਿਆਦਾ ਰਹੀ ਹੈ, ਜਦੋਂ ਵੀ ਆਪਣਾ ਚੋਲਾ ਸਤਿਗੁਰਾਂ ਨੇ ਤਿਆਗਣਾ ਹੁੰਦਾ ਤਾਂ ਉਹ ਪਹਿਲਾਂ ਹੀ ਆਪਣੀ ਜੋਤ ਦੱਸ ਦਿੰਦੇ ਨੇ, ਗੁਰੂ ਨੂੰ ਦੇ ਦਿੰਦੇ ਨੇ ਕਿਹੜੇ ਚੋਲੇ ਵਿੱਚ ਜੋਤ ਪ੍ਰਵੇਸ਼ ਕਰਨੀ। ਮਹਾਰਾਜ ਜੀ ਤੁਸੀਂ ਨਹੀਂ ਦੱਸਿਆ। ਤਾਂ ਸਤਿਗੁਰਾਂ ਨੇ 5 ਪੈਸੇ ਨਾਰੀਅਲ ਮੰਗਵਾਇਆ, ਸਿੱਖ ਲੈ ਕੇ ਆਏ। ਮਹਾਰਾਜ ਨੇ ਫਿਰ ਬਚਨ ਕੀਤੇ ਆਪਣਾ ਚੋਲਾ ਤਿਆਗਣ ਤੋਂ ਪਹਿਲਾਂ ਕਿ ਜਿਹੜਾ ਹੈ ਜੋਤ ਅਗਲੀ ਜਿਹੜੀ ਹੈ ਉਹ ਬਾਬਾ ਬਕਾਲੇ ਉੱਥੇ ਹੋਵੇਗੀ। ਸੋ ਇਸ਼ਾਰਾ ਸੀ ਜਿਹੜਾ ਰਿਸ਼ਤੇ ਵਿੱਚ ਸਾਡਾ ਦਾਦਾ ਲੱਗਦਾ ਹੈ ਔਰ ਬਕਾਲੇ ਦੇ ਵਿੱਚ ਹੈ, ਉੱਥੇ ਸਾਡੀ ਜਿਹੜੀ ਇਹ ਜੋਤ ਜਿਹੜੀ ਇਹ ਪ੍ਰਵੇਸ਼ ਕਰੇਗੀ। ਤੋ ਸਤਿਗੁਰਾਂ ਨੇ ਫਿਰ ਆਪਣਾ ਹੀ ਚੋਲਾ ਜਿਹੜਾ ਉਹ ਤਿਆਗਿਆ, ਆਪਣੀ ਜੋਤ ਜਿਹੜੀ ਪ੍ਰਵੇਸ਼ ਕੀਤੀ, ਕਰਵਾਈ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਵਿੱਚ। ਤੋ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਿੱਥੇ ਸਾਰੀਆਂ ਅਜ਼ਮਤਾਂ ਆਪਣੀਆਂ ਵਰਸਾਈਆਂ ਨੇ, ਉੱਥੇ ਗੁਰਦੁਆਰਾ ਬੰਗਲਾ ਸਾਹਿਬ ਹੈ। ਔਰ ਜਿੱਥੇ ਫਿਰ ਸਤਿਗੁਰਾਂ ਨੇ ਆਪਣਾ ਚੋਲਾ ਤਿਆਗਿਆ, ਉੱਥੇ ਬਾਲਾ ਪ੍ਰੀਤਮ ਜਿਹੜਾ ਹੈ ਗੁਰਦੁਆਰਾ ਹੈ। ਤੋ ਕੀਰਤਪੁਰ ਸਾਹਿਬ ਹੈ ਸਤਿਗੁਰਾਂ ਦੇ ਗੁਰਦੁਆਰਾ ਸਾਹਿਬ। ਸੰਗਤਾਂ
ਦਿੱਲੀ ਵੀ ਜਾ ਕੇ, ਕੀਰਤਪੁਰ ਸਾਹਿਬ ਵੀ ਜਾ ਕੇ, ਸਤਿਗੁਰਾਂ ਦੇ ਸਥਾਨਾਂ ਦੇ ਉੱਤੇ ਅਗਰ ਉਸੀ ਸ਼ਰਧਾ ਭਾਵਨਾ ਨਾਲ ਜਾਂਦੀਆਂ ਨੇ ਤਾਂ ਅੱਜ ਵੀ ਰੋਗ ਵੀ ਕੱਟੇ ਜਾਂਦੇ ਨੇ, ਦੁੱਖ ਵੀ ਕੱਟੇ ਜਾਂਦੇ ਨੇ, ਔਰ ਉਹ ਰਹਿਮਤਾਂ, ਉਹ ਅਜ਼ਮਤਾਂ ਮਿਲਦੀਆਂ ਨੇ। ਚਲੋ ਸਤਿਗੁਰੂ ਜੀ ਅੱਜ ਸਾਡੇ ਵਿੱਚ ਹਾਜ਼ਰ ਨਾਜ਼ਰ ਨੇ। 8ਵੇਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, 9ਵੇਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਡੇ ਵਿੱਚ ਹਾਜ਼ਰ ਨਾਜ਼ਰ ਨੇ ਸੰਗਤ ਜੀ। ਇਹ ਸਤਿਗੁਰਾਂ ਦੀ ਰਹਿਮਤ ਹੈ, ਅਸੀਂ ਸਾਰੇ ਸਤਿਗੁਰਾਂ ਨੂੰ ਯਾਦ ਕਰ ਰਹੇ ਹਾਂ, ਕਿਉਂਕਿ ਸੇ ਸਿਮਰੈ ਆਪ ਸਿਮਰੈ। ਅਗਰ ਮਹਾਰਾਜ ਜੀ ਨੂੰ ਅਸੀਂ ਯਾਦ ਕਰ ਰਹੇ ਹਾਂ, ਮਹਾਰਾਜ ਜੀ ਸਾਨੂੰ ਖੁਦ ਹੀ ਯਾਦ ਕਰਵਾ ਰਹੇ ਨੇ। ਤਾਂ ਸਾਰੇ ਸ਼ਰਧਾ ਭਾਵਨਾ ਦੇ ਨਾਲ ਇਹ ਬੇਨਤੀਆਂ ਕਰੀਏ ਦਾਤਾ ਜੀ, ਆ ਜਿਹੜੇ ਸਾਨੂੰ ਦੁੱਖ ਚਿੰਬੜੇ ਹੋਏ ਨੇ ਨਾ, ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜ਼ਿਕਰ ਕਰ ਦਿੱਤਾ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਈ। ਇਹ ਸਾਨੂੰ ਜਿਹੜੇ ਦੁੱਖ ਚਿੰਬੜੇ ਹੋਏ ਨੇ ਮਹਾਰਾਜ ਜੀ, ਤਨ ਦੇ ਰੋਗ, ਮਨ ਦੇ ਰੋਗ, ਤ੍ਰਿਸ਼ਨਾ ਦੇ ਰੋਗ, ਭੁੱਖਾਂ ਦੇ ਰੋਗ, ਸਾਨੂੰ ਵਿਛੋੜਿਆਂ ਦੇ ਰੋਗ ਵੀ, ਆਹ ਨਾ ਵਿਛੜ ਜਾਵੇ, ਉਹ ਵਿਛੜ ਗਿਆ ਸਾਡੇ ਕੋਲ, ਇਹ ਸਾਰਾ ਮਹਾਰਾਜ ਜੀ ਸਾਡੇ ਦੁੱਖ ਕੱਟ ਦਿਓ ਸਾਰਿਆਂ ਦੇ। ਔਰ ਜਿਵੇਂ ਛੱਜੂ ਚੀਵੜ ਦੇ ਸੀਸ ਦੇ ਉੱਤੇ ਆਪ ਜੀ ਨੇ ਆਪਣੀ ਛੜੀ ਟਿਕਾਈ ਸੀ ਮਹਾਰਾਜ ਜੀ, ਗੂੰਗੇ ਤੋਂ ਗੀਤਾ ਬਲਵਾਵੇ, ਗੂੰਗੇ ਤੋਂ ਤੁਸੀਂ ਗੀਤਾ ਬਲਵਾ ਕੇ ਰੱਖ ਦਿੱਤੀ ਮਹਾਰਾਜ ਜੀ। ਪੰਡਤ ਲਾਲ ਦਾ ਐਡਾ ਵੱਡਾ ਰੋਗ ਸੀ, ਹਉਮੈ ਦਾ ਦਾਤਾ ਜੀ, ਵਿਦਵਤਾ ਦਾ ਰੋਗ ਚੜਿਆ ਹੋਇਆ ਸੀ, ਉਹ ਤੁਸੀਂ ਕੱਟ ਕੇ ਆਪਣੇ ਵਿੱਚ ਅਭੇਦ ਕਰ ਦਿੱਤਾ, ਮੁਕਤ ਕਰ ਦਿੱਤਾ ਦਾਤਾ ਜੀ। ਸਾਡੀ ਸਾਰੀ ਸੰਗਤ ਦੀ ਬੇਨਤੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ, ਸਾਰੀ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁੱਖ ਜਾਏ, ਜਿਸ ਡਿਠੇ ਸਭ ਦੁੱਖ ਜਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਕਰਨੋ ਨਿਦ ਆਵੈ ਤਾਏ, ਸਭ ਥਾਈ ਹੋਏ ਸਹਾਏ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ। ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ, ਕਰਨੋ ਨਿਦ ਆਵੈ ਤਾਏ, ਸਭ ਥਾਈ ਹੋਏ ਸਹਾਏ। 8ਵੇਂ ਪਾਤਸ਼ਾਹ ਨੂੰ ਸਿਮਰ ਲਓ, ਯਾਦ ਕਰ ਲਓ, ਦਰਸ਼ਨ ਕਰ ਲਓ, ਸਾਰੇ ਦੁੱਖ ਜਿਹੜੇ ਨੇ ਕੱਟੇ ਜਾਂਦੇ ਨੇ। 9ਵੇਂ ਪਾਤਸ਼ਾਹ ਜੀ ਦਾ ਧਿਆਨ ਧਰ ਲਓ, ਘਰ 9 ਨਿਧ ਆਵੈ ਤਾਏ, 9 ਨਿਧੀਆਂ ਪਿੱਛੇ ਪਿੱਛੇ ਭੱਜੀਆਂ ਫਿਰਦੀਆਂ ਨੇ। ਇੱਕ ਤਾਂ ਬਾਹਰਲੀਆਂ 9 ਨਿਧੀਆਂ ਨੇ, ਇੱਕ ਨਿਧੀ ਜਿਹੜੀ ਹੈ ਪਰਮ ਨਿਧੀ ਹੈ, ਉਹ ਹੈ ਨਵ ਨਿਧ ਹੈ, 9 ਨਿਧ ਹੈ। ਮੇਰੇ ਘਰ ਮੈਂ ਆਈ ਰਾਮ, ਰਾਮ ਹੀ ਆ ਗਿਆ, ਅੰਦਰ ਪਰਮਾਤਮਾ ਹੀ ਆ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਿਮਰਨ ਦੇ ਨਾਲ ਅੰਦਰ ਪਰਮਾਤਮਾ ਰੂਪੀ ਨਵ ਨਿਧ ਆ ਜਾਂਦਾ ਹੈ, ਸਭ ਨਿਧੀਆਂ ਆ ਜਾਂਦੀਆਂ ਨੇ, ਸਭ ਥਾਈ ਹੋਏ ਸਹਾਏ। ਮਹਾਰਾਜ ਜੀ ਅੰਗ ਸੰਗ ਸਹਾਈ ਹੋ ਜਾਂਦੇ ਨੇ। ਜਿੱਥੇ ਵੀ ਕੋਈ ਕਿਸੇ ਨੂੰ ਦੁੱਖ, ਮੁਸੀਬਤ, ਕਸ਼ਟ, ਚਾਹੇ ਮਨ ਦੀਆਂ ਮੈਲਾਂ ਦੇ ਰੋਗ ਚਿੰਬੜੇ ਹੋਏ ਨੇ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਰੇ ਸਾਡੇ ਕੱਟ ਦਿੰਦੇ ਨੇ ਬੰਧਨ, ਔਰ ਸਾਨੂੰ ਐਸੀਆਂ ਰਹਿਮਤਾਂ ਬਰਸਾਉਂਦੇ ਨੇ, ਐਸੀਆਂ ਰਹਿਮਤਾਂ ਬਰਸਾਉਂਦੇ ਨੇ, ਐਸੀਆਂ ਰਹਿਮਤਾਂ ਬਰਸਾਉਂਦੇ ਨੇ ਕਿ ਸਾਰੀ ਸੰਗਤ ਦਾ ਕਲਿਆਣ ਕਰ ਦਿੰਦੇ ਨੇ ਮਹਾਰਾਜ ਜੀ। ਕੋਟਾਨ ਕੋਟਾਨ ਸ਼ੁਕਰਾਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ। ਸ਼ੁਕਰ ਹੈ ਦਾਤਾ ਜੀ, ਸ਼ੁਕਰ ਹੈ ਦਾਤਾ ਜੀ, ਸਾਰੀ ਸੰਗਤ ਨੂੰ ਆਪ ਜੀ ਅਸੀਸਾਂ ਦੇ ਰਹੇ ਹੋ ਸੰਗਤ। ਸ਼ੁਕਰ ਹੈ ਦਾਤਾ ਜੀ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਵਿੱਚ ਪ੍ਰਭੂ ਆਪ ਵਸਦਾ ਹੈ ਸੰਗਤ ਵਿੱਚ, ਆਪਣੀ ਰਹਿਮਤ ਆਪ ਵਰਸਾਉਂਦਾ ਹੈ ਗੁਰੂ ਰੂਪ ਵਿੱਚ, ਸਤਿਗੁਰੂ ਰੂਪ ਦੇ ਵਿੱਚ। ਕੋਟਾਨ ਕੋਟਾਨ ਸ਼ੁਕਰਾਨਾ ਆਪ ਸਾਰੀਆਂ ਸੰਗਤਾਂ ਦਾ। ਸੰਗਤ ਜੀ ਹਮੇਸ਼ਾ ਹੀ ਆਪਣੀ ਕਿਰਪਾ ਦ੍ਰਿਸ਼ਟੀ ਬਣਾ ਕੇ ਰੱਖਣਾ, ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਸੰਗਤ ਜੀ, ਹਮੇਸ਼ਾ ਹੀ ਆਪਣੇ ਆਸੀਸਾਂ ਬਣਾ ਕੇ ਰੱਖਣਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।